ਸ਼੍ਰੀ ਅਕਾਲ। HSN TV ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਚੰਗੇਤ ਪ੍ਰੋਗਰਾਮ ਦੇ ਵਿੱਚ ਮੈਂ ਸ਼ੀਤਲ ਠਾਕੁਰ ਹਾਜ਼ਰ ਹੋਈ ਹਾਂ ਲੈ ਕੇ ਵੱਖਰੋ ਵੱਖਰੇ ਮੁੱਦੇ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਿਆਸਤ ਦੀ, ਗੱਲਬਾਤ ਕਰਾਂਗੇ ਵੋਟਰਾਂ ਦੇ ਹਾਲਾਤਾਂ ਦੀ ਤੇ ਗੱਲਬਾਤ ਕਰਾਂਗੇ ਸਰਕਾਰਾਂ ਦੀ। ਸੋ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਮਿਸਟਰ ਬਲਜੀਤ ਸਿੰਘ। ਸਰ ਬਹੁਤ-ਬਹੁਤ ਸਵਾਗਤ ਹੈ ਚੰਗੇਤ ਪ੍ਰੋਗਰਾਮ 'ਚ। शुक्रिया, सत श्री अकाल, नमस्कार, आदाब। ਸੋ ਸਰ, ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਹੇ ਨੇ, ਲੋਕ ਕਾਫੀ ਪਰੇਸ਼ਾਨ ਨੇ ਕਿਉਂਕਿ ਕਈ ਚੀਜ਼ਾਂ ਦੇ ਵਿੱਚ ਭੰਬਲ ਭੂਸਾ ਜਿਹੜਾ ਬਣਿਆ ਹੋਇਆ। ਅਸੀਂ ਸ਼ਾਮ ਨੂੰ ਲੜਦੇ ਹਾਂ, ਅਸੀਂ ਸਵੇਰ ਨੂੰ ਫਿਰ ਇਕੱਠੇ ਹੋ ਜਾਂਦੇ ਹਾਂ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੌਣ ਕਿਸ ਪਾਰਟੀ ਦਾ ਹੈ, ਕੌਣ ਕਿਹਦਾ ਦੋਸਤ ਹੈ, ਕੌਣ ਕਿਹਦਾ ਦੁਸ਼ਮਣ ਹੈ, ਇਹ ਡਿਸਾਈਡ ਕਰਨਾ, ਇਹ ਫੈਸਲਾ ਕਰਨਾ ਆਮ ਜਨਤਾ ਦੇ ਲਈ ਬੜਾ ਹੀ ਹੁਣ ਔਖਾ ਹੋ ਗਿਆ। ਕਿਉਂਕਿ ਪਰਸੋਂ ਹੀ ਚੰਡੀਗੜ੍ਹ ਵਿਖੇ ਨਵਜੋਤ ਸਿੰਘ ਸਿੱਧੂ ਜੀ ਇੱਕ ਹਿੰਦੂ ਭਾਈਚਾਰਕ ਸਮਾਗਮ ਦੇ ਵਿੱਚ ਗਏ ਸਨ ਤੇ ਉੱਥੇ ਜਿਹੋ ਜਿਹੀ ਉਹਨਾਂ ਨੇ ਬਿਆਨਬਾਜ਼ੀ ਦਿੱਤੀ, ਸਾਫ਼-ਸਾਫ਼ ਜ਼ਾਹਰ ਹੋ ਰਿਹਾ ਸੀ ਕਿ ਉਹ ਆਪਣੀ ਹੀ ਪਾਰਟੀ ਤੋਂ ਕਾਫੀ ਨਾਰਾਜ਼ ਨੇ। ਪਰ ਅਗਲੇ ਹੀ ਦਿਨ ਉਹ ਚੰਨੀ ਸਾਹਿਬ ਦੇ ਨਾਲ ਬਿਲਕੁਲ ਨਾਲ ਮੋਢਾ ਜੋੜ ਕੇ ਉਹ ਕੇਦਾਰਨਾਥ ਦੀ ਯਾਤਰਾ ਤੇ ਪਹੁੰਚ ਗਏ। ਇਹ ਨਾ ਹਾਲਾਤਾਂ ਦਾ ਆਖਰ ਕੀ ਰਿਜ਼ਲਟ ਹੈ? ਮਤਲਬ ਕੀ ਇਹ ਕਿਸ ਪਾਸੇ ਦੀ ਇਹ ਗੱਲ ਜਿਹੜੀ ਹੈ ਕਰ ਰਹੇ ਨੇ? ਇਹ ਇੱਧਰ ਦੇ ਨੇ ਜਾਂ ਇੱਧਰ ਦੇ ਨੇ? ਇਹ ਜਿਹੜਾ ਭੰਬਲ ਭੂਸਾ ਹੈ, ਇਹ ਸਾਡੀ ਜਨਤਾ ਨੂੰ ਤੁਸੀਂ ਕਲੀਅਰ ਕਰੋ। देखो, गल ये है कि अज तकरीबन अखबारां ने एक खबर बड़ी प्रमुखता नाल छापी है और सारे अखबारां दे मुख पन्नियां ते छाया हुई है। वो ये है कि ये दोवें चरणजीत सिंह चन्नी मुख मंत्री पंजाब और पंजाब कांग्रेस कमेटी के प्रधान श्री नवजोत सिद्धू केदारनाथ गए जी। उस संदर्भ च गल कीती है ना जी, बिल्कुल बिल्कुल। उत्थे ये गए ने ते उत्थे जाके इन्होंने अकीदत दे जो फुल भेंट करने सी कीते ने। लेकिन ये सारा नाटक है जिहड़ा ये सिर्फ यह सुनेहा देने वास्ते किया गया कि साडे दरम्यान कोई फुट नहीं। ते जदों कोई बंदा ये कहता हुंदा ना या ये ड्रामा करदा या लोकां नूं ये कहंदा मेरे ते फलाने दे दरम्यान कोई फुट है ही नहीं, ਇਹਦਾ मतलब है कि वो बहुत वड्डी फुट होंदी है। जदों कोई बंदा कहता जी बिल्कुल ठीक ठाक है सारा कुछ, ਇਹਦਾ मतलब सारा कुछ ही गलत है। पहली गल ये है कि इन्हां नूं इन्नी दूर जाण दी की लोड़ सी जी। जे एकजुटता ਦਾ ਪ੍ਰਗਟਾਵਾ ਜਾਂ ਇਜ਼ਹਾਰ ਕਰਨਾ ਸੀ ਤਾਂ ਉਹ ਪੰਜਾਬ 'ਚ ਤਾਂ ਬਿਹਤਰ ਤਰੀਕੇ ਨਾਲ ਹੋਣਾ ਸੀ। ਬਿਲਕੁਲ। ਇਹ ਉੱਤਰਾਖੰਡ ਦੇ ਲੋਕਾਂ ਨੂੰ ਦੱਸਣ ਗਏ ਨੇ ਕਿ ਅਸੀਂ ਦੋਨੇ ਇੱਕ ਆ, ਉੱਥੇ ਹੀ ਦੱਸਣ ਗਏ ਨੇ ਨਾ ਇਹ। ਤੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਇੱਥੇ ਬੈਠ ਕੇ ਕੀ ਸੁਨੇਹਾ ਦਿੰਦੇ ਹੋ? ਇੱਥੇ ਤੁਸੀਂ ਦਿਨ ਬ ਦਿਨ ਹਰ ਰੋਜ਼ ਦਿਨ 'ਚ 4 ਵਾਰੀ 5 ਵਾਰੀ ਜੁੱਤੋ ਜੁੱਤੀ ਹੁੰਦੇ ਹੋ, ਇੱਕ ਦੂਜੇ ਦੇ ਖਿਲਾਫ ਤੁਸੀਂ ਬਿਆਨਬਾਜ਼ੀ ਕਰਦੇ ਹੋ। ਕੀ ਕਹਿਣਾ ਚਾਹੁੰਦੇ ਸੀ ਤੁਸੀਂ? ਹਰੀਸ਼ ਰਾਵਤ ਜੀ ਨੇ ਵੀ ਉੱਤਰਾਖੰਡ 'ਚ ਇਹੀ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਹੁਣ ਬਿਲਕੁਲ ਠੀਕ ਨੇ ਤੇ ਬਿਲਕੁਲ ਸਹੀ ਨੇ, ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੈ। ਸੋ ਇਹੀ ਉੱਤਰਾਖੰਡ ਦੇ ਲੋਕਾਂ ਨੂੰ ਜਾ ਕੇ ਉਹਨਾਂ ਨੇ ਉੱਥੇ ਬਿਆਨ ਦਿੱਤਾ। ਦੇਖੋ, ਉੱਤਰਾਖੰਡ 'ਚ ਬੈਠੇ ਹਰੀਸ਼ ਰਾਵਤ ਜੀ ਕਿਉਂਕਿ ਸਾਬਕਾ ਮੁੱਖ ਮੰਤਰੀ ਨੇ ਉੱਤਰਾਖੰਡ ਦੇ, ਉਹ ਉੱਥੇ ਬੈਠ ਕੇ ਉਹ ਕਹੀ ਜਾਂਦੇ ਆ ਪੰਜਾਬ 'ਚ ਸਭ ਕੁਝ ਠੀਕ ਠਾਕ ਹੈ, ਪਰ ਜਿੰਨੀ ਵਾਰੀ ਉਹ ਪੰਜਾਬ 'ਚ ਆਏ ਉਦੋਂ ਸਾਰਾ ਕੁਝ ਠੀਕ ਠਾਕ ਹੈ ਹੀ ਨਹੀਂ ਸੀ ਜੀ। ਉਹ ਹੁਣ ਤੱਕ ਮਤਲਬ ਇਹ ਗੱਲਾਂ ਨੂੰ ਨਿਬੇੜਦੇ ਰਹੇ। ਦੋਨਾਂ ਦੇ ਦਰਮਿਆਨ ਜਿਹੜੀ ਕਸ਼ੀਦਗੀ ਸੀ ਪਹਿਲਾਂ ਕੈਪਟਨ ਤੇ ਸਿੱਧੂ ਦੇ ਦਰਮਿਆਨ, ਉਹ ਕਦੇ ਸਿੱਧੂ ਕੋਲੇ ਜਾ ਕੇ ਖਾਣਾ ਖਾਇਆ ਹੁੰਦੇ ਸੀ, ਕਦੇ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਤੇ ਚਲੇ ਜਾਂਦੇ ਸੀ, ਕਦੇ ਹੋਰ ਕਿਸੇ ਜਗ੍ਹਾ ਤੇ ਉਹਨਾਂ ਨਾਲ ਮੁਲਾਕਾਤ ਕਰਦੇ ਸੀ। ਉਹ ਰੱਪੜ ਉਹਨਾਂ ਤੋਂ ਮੁਕਾਇਆ ਨਾ ਗਿਆ। ਹਰੀਸ਼ ਰਾਵਤ ਜੀ ਵੀ ਨਾ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਚਲੇ ਗਏ। ਹੁਣ ਠੋਕੋ ਤਾਲੀ ਰਹਿ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਹਿ ਗਏ। ਇੱਕ ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਬਿਜਲੀ ਦੇ ਸੰਬੰਧ ਵਿੱਚ ਬਿਆਨ ਦਿੰਦੇ ਨੇ ਕਿ 3 ਰੁਪਏ ਯੂਨਿਟ ਬਿਜਲੀ ਅਸੀਂ ਸਸਤੀ ਕਰਤੀ ਹੈ। ਉਸ ਨੂੰ ਲੈ ਕੇ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਠੋਕੋ ਤਾਲੀ ਵੱਲੋਂ ਔਰ ਲੋਲੀਪੌਪ ਕਹਿ ਕੇ ਮਤਲਬ ਉਹਨਾਂ ਦੀ ਇਹ ਸਾਰੀ ਕਾਰਗੁਜ਼ਾਰੀ ਨੂੰ ਮਿੱਟੀ 'ਚ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ। ਉਸ ਤੋਂ ਨਾਰਾਜ਼ ਚਰਨਜੀਤ ਸਿੰਘ ਚੰਨੀ ਭਾਵੇਂ ਕੋਈ ਪ੍ਰਤੀਕਿਰਿਆ ਨਹੀਂ ਕਰਦੇ, ਪਰ ਇਹ ਇੱਕ ਹੋਰ ਘਟਨਾਕ੍ਰਮ ਵਾਪਰਦਾ ਜਿਸ ਘਟਨਾਕ੍ਰਮ ਦੇ ਸੰਬੰਧ ਵਿੱਚ ਉਹ ਫੈਸਲਾ ਲੈਂਦੇ ਆਪਣਾ ਫੈਸਲਾ ਬਦਲਦੇ ਨੇ। ਇਹਦੀ ਗੱਲ ਬਾਅਦ 'ਚ ਕਰਾਂਗੇ। ਪਰ ਹੁਣ ਇਹ ਹੈ ਕਿ ਪੰਜਾਬ 'ਚ ਸ਼੍ਰੀ ਹਰਮੰਦਰ ਸਾਹਿਬ ਚਲੇ ਜਾਂਦੇ, ਦੁਰਗਿਆਣਾ ਮੰਦਿਰ ਚਲੇ ਜਾਂਦੇ, ਆਰਾਮ ਤੀਰਥ ਚਲੇ ਜਾਂਦੇ, ਬਹੁਤ ਸਾਰੇ ਧਾਰਮਿਕ ਸਥਾਨ ਨੇ ਪੰਜਾਬ 'ਚ, ਬਹੁਤ ਧਾਰਮਿਕ ਸਥਾਨ ਨੇ। ਇੱਥੇ ਤੁਸੀਂ ਜਾਏ ਹੁੰਦੇ, ਦਿੱਲੀ ਚਲੇ ਜਾਂਦੇ। ਪਰ ਇਹ ਨਾਟਕ ਕਰਨ ਦੀ ਜ਼ਰੂਰਤ ਕਿਉਂ ਪਈ ਹੈ? ਔਰ ਫਿਰ ਉਸ ਤੋਂ ਬਾਅਦ ਦਾ ਜਿਹੜਾ ਘਟਨਾਕ੍ਰਮ ਹੈ ਉਹ ਇਹ ਹੈ ਕਿ 60 ਤੋਂ 70 ਦੇ ਦਰਮਿਆਨ ਗਿਣਤੀ ਸੀ ਵਿਧਾਇਕਾਂ ਦੀ। ਉਹਨਾਂ ਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਚੰਨੀ ਜੀ ਤੇ ਠੋਕੋ ਤਾਲੀ ਇਕੱਠੇ ਬੈਠੇ ਨੇ। ਬਾਰ-ਬਾਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਦਰਮਿਆਨ ਕਿਸੇ ਕਿਸਮ ਦੀ ਕੋਈ ਗਲਤ ਫਹਿਮੀ, ਕੋਈ ਕਸ਼ੀਦਗੀ ਨਹੀਂ ਹੈ। ਅਸੀਂ ਇੱਕ ਮਾੜੇ ਮੋਟੇ ਜਿਹੜੇ ਮਸਲੇ ਹੁੰਦੇ ਨੇ ਉਹਨਾਂ ਤੇ ਤੁਹਾਡੇ ਵਿਚਾਰ ਧਾਰਕ ਵੱਖਰੇਵੇਂ ਹੋ ਸਕਦੇ ਨੇ, ਪਰ ਇਹ ਨਹੀਂਗਾ ਕਿ ਸਾਡੇ ਦਰਮਿਆਨ ਕੋਈ ਐਸੀ ਕੰਧ ਜਾਂ ਦੀਵਾਰ ਖੜੀ ਹੋ ਗਈ ਹੈ ਜਿਹੜੀ ਢਾਈ ਨਹੀਂ ਜਾ ਸਕਦੀ। ਲੇਕਿਨ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ? ਇਹ ਉੱਤੋਂ ਹਾਈ ਕਮਾਨ ਹੈ ਜਿਹੜੀ ਕਾਂਗਰਸ ਦੀ,
3 ਮੈਂਬਰੀ ਹਾਈ ਕਮਾਨ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਸੋਨੀਆ ਗਾਂਧੀ, ਉਹ ਹੁਣ ਠੋਕੋ ਤਾਲੀ ਨੂੰ ਲੈ ਤਾਂ ਆਏ ਨੇ ਜੀ। ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਕਰੀਰ ਦਾ ਝਾਫਾ ਹੈ ਜਿਹੜਾ ਇਹਨੂੰ ਰੱਖਣਾ ਬਹੁਤ ਮੁਸ਼ਕਲ ਹੈ। ਮੁਸ਼ਕਿਲ ਹੈ, ਬਿਲਕੁਲ। ਇਹ ਜੀ ਮਤਲਬ ਜਿਹੜਾ ਇਹਦੇ ਨਾਲ ਖਾਊ ਕੰਡਿਆਂ ਨਾਲ ਆਪਣਾ ਜਿਸਮ ਚਲਵਾ ਲੂ, ਜੀ ਜੀ ਜੀ, ਇਹ ਉਹ ਬੰਦਾ। ਉਹ ਹੁਣ ਜਿਵੇਂ ਮਰਦੇ ਤਾਂ ਕੀ ਨਾ ਕਰਦੇ, ਉਹ ਹੁਣ ਉੱਤੋਂ ਹੁਕਮ ਦਿੰਦੇ ਨੇ ਕਿ ਤੁਸੀਂ ਇਸ ਤਰ੍ਹਾਂ ਮੁਜ਼ਾਹਰਾ ਕਰੋ ਕਿ ਤੁਸੀਂ ਇਕੱਠੇ ਹੋ, ਤੁਸੀਂ ਆਪਣੇ ਭੇਦਭਾਵ ਦੂਰ ਕਰੋ। ਠੀਕ ਆ, ਉਹ ਵੀ ਅੱਗੇ ਇੰਨੇ ਕੀ ਸਿਆਣੇ ਆ, ਉਹ ਇਹੀ ਕਹਿ ਸਕਦੇ, ਹੋਰ ਤਾਂ ਕੁਝ ਕਰ ਨਹੀਂ ਸਕਦੇ। ਪਰ ਜਿਹੜਾ ਉਹਨਾਂ ਨੇ ਇਤਿਹਾਸਿਕ ਫੈਸਲਾ ਗਲਤ ਲਿਆ, ਉਹਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਵੇਗਾ, ਔਰ ਉਹ ਖਮਿਆਜ਼ਾ ਭੁਗਤਿਆ ਜਾ ਰਿਹਾ ਹੈ। ਉਹ ਮਤਲਬ ਇਸ ਗੱਲ ਤੋਂ ਹੁਣ ਜਾਣੂ ਹੋ ਗਏ ਨੇ ਕਿ ਠੋਕੋ ਤਾਲੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਅਸੀਂ ਇੱਕ ਤਰ੍ਹਾਂ ਨਾਲ ਜ਼ਹਿਰ ਦਾ ਮੋਹਰਾ ਖਾ ਲਿਆ, ਔਰ ਇਹ ਉਸ ਤੋਂ ਬਾਅਦ ਸਾਨੂੰ ਜ਼ਹਿਰਬਾਦ ਹੋਵੇਗਾ, ਸਾਡਾ ਇਲਾਜ ਕੋਈ ਨਹੀਂਗਾ। ਔਰ ਠੋਕੋ ਤਾਲੀ ਦਾ ਇੱਕੋ ਇੱਕ ਮਨਸੂਬਾ ਜਿਹੜਾ ਇਹ ਹੈ ਕਿ ਉਹ ਜਿੰਨੀ ਦੇਰ ਤੱਕ ਹਾਈ ਕਮਾਨ ਵਾਸਤੇ ਐਸੇ ਹਾਲਾਤ ਨਹੀਂ ਪੈਦਾ ਕਰਦਾ ਕਿ ਉਹਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇ 2022 ਦੀਆਂ ਚੋਣਾਂ ਤੋਂ ਪਹਿਲਾਂ, ਆਹ ਨਾਟਕ 2 ਦਿਨ ਹੋਣਾ। ਇਸ ਤੋਂ ਬਾਅਦ ਠੋਕੋ ਤਾਲੀ ਦਾ ਰੰਗ ਫੇਰ ਉਹੀ ਹੋਣਾ, ਕਿਉਂਕਿ ਠੋਕੋ ਤਾਲੀ ਨੂੰ ਇਹ ਅਹਿਸਾਸ ਹੋ ਗਿਆ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਸਿਆਸੀ ਉਹ ਖਿਸਕਦੀ ਜਾ ਰਹੀ ਹੈ, ਔਰ ਮੈਂ ਪ੍ਰਧਾਨ ਹਾਂ ਪ੍ਰਧਾਨ ਨਹੀਂ ਹਾਂ, ਅਜੇ ਤੱਕ ਤਾਂ ਇਹ ਸਾਰਾ ਕੁਝ ਵੀ ਗੰਧਲਾ ਹੈ। ਜੀ ਜੀ ਜੀ, ਭਾਵੇਂ ਹਾਈ ਕਮਾਨ ਨੇ ਉਹਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ, ਪਰ ਇਹਨੇ ਆਪਣੀ ਜ਼ਬਾਨ ਤੋਂ ਤਾਂ ਨਹੀਂ ਕਿਹਾ ਕਿ ਜੀ ਮੈਂ ਆਪਣਾ ਅਸਤੀਫਾ ਜਿਹੜਾ ਵਾਪਸ ਲੈਣਾ। ਇਹ ਅਜੇ ਦੁਚਿੱਤੀ 'ਚ ਹੈ। ਦੁਚਿੱਤੀ 'ਚ ਜਿਹੜਾ ਬੰਦਾ ਹੁੰਦਾ ਉਹਦਾ ਮਨਸੂਬਾ ਹੋਰ ਹੈ, ਹੋਰ ਹੁੰਦਾ। ਇਹ ਪਤਾ ਕਿਉਂ ਹੈ? ਇਹ ਕਹਿੰਦਾ ਵੀ ਪਹਿਲਾਂ ਤਾਂ ਇਹਨੂੰ ਇਹ ਸੀਗਾ ਕਿ ਮੈਂ ਇਹ ਪ੍ਰਧਾਨ ਵਾਲੀ ਪੌੜੀ ਚੜ੍ਹ ਜਾ, ਉਸ ਤੋਂ ਬਾਅਦ ਫਿਰ ਮੈਂ ਅਗਲਾ ਸਟੈਪ ਅੱਗੇ ਰੱਖੂੰਗਾ, ਪੌੜੀਦਾਰ ਪੌੜੀ ਮੈਂ ਚੜ੍ਹਦਾ ਜਾਊਂਗਾ, ਵੀ ਹੋ ਸਕਦਾ ਕਿ ਮੈਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਉਹ ਮੁੱਖ ਮੰਤਰੀ ਵਾਲੀ ਜਿਹੜੀ ਚਾਲ ਸੀਗੀ ਉਹਦੇ 'ਚ ਬੁਰੀ ਤਰ੍ਹਾਂ ਫੇਲ ਹੋ ਗਿਆ। ਇਹਨੇ ਆਪ ਚੰਨੀ ਨੂੰ ਅੱਗੇ ਕੀਤਾ, ਇਹ ਸੋਚ ਕੇ ਕਿ ਚੰਨੀ ਦੇ ਮੋਢਿਆਂ ਤੇ ਹੱਥ ਰੱਖ ਕੇ ਜਾਂ ਮੈਂ ਉਹਨੂੰ ਐ ਗਲਵੱਕੜੀ ਪਾ ਕੇ ਜਿੱਧਰ ਨੂੰ ਮਰਜ਼ੀ ਧੂਈ ਫਿਰਾਂ। ਪਰ ਉਹਨਾਂ ਨੇ ਹਫ਼ਤੇ 15 ਦਿਨਾਂ ਵਿੱਚ ਹੀ ਇਹਦੀ ਮਤਲਬ ਜਿਹੜੀ ਸੁਰਤ ਸੀਗੀ ਉਹ ਟਿਕਾਣੇ ਲਿਆਤੀ ਕਿ ਭਾਈ ਤੂੰ ਪੰਜਾਬ ਕਾਂਗਰਸ ਦਾ ਪ੍ਰਧਾਨ, ਆਪਣੀ ਜਥੇਬੰਦਕ ਜੋ ਤੇਰੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੇ ਨਾਲ ਤੂੰ ਜਿਵੇਂ ਕਰਨਾ, ਬਦਲਣਾ, ਰੱਖਣਾ, ਉਹਨਾਂ ਨੂੰ ਉਹ ਤੇਰਾ ਉਹ ਮਸਲਾ ਹੈ। ਸਰਕਾਰ ਦੇ ਕੰਮ ਵਿੱਚ ਤੂੰ ਦਖਲ ਅੰਦਾਜ਼ੀ ਨਹੀਂ ਕਰੇਗਾ। ਉਸ ਤੋਂ ਬਾਅਦ ਕਦੇ ਦੇਖਿਆ ਹੁਣ ਜਿਹੜਾ ਸਭ ਕੁਝ ਹੋ ਰਿਹਾ ਹੈ, ਇਹ ਸਿਰਫ 2 ਦਿਨ ਦਾ ਮੁਜ਼ਾਹਰਾ ਹੈ, 2 ਦਿਨ ਦੀ ਨੁਮਾਇਸ਼ ਹੈ। 4 ਦਿਨ ਬਾਅਦ ਜਾਂ 5 ਦਿਨ ਬਾਅਦ ਤੁਸੀਂ ਵੇਖਿਓ ਇਹ ਕਲੇਸ਼ ਹੈ ਜਿਹੜਾ ਇਹ ਖਤਮ ਨਹੀਂ ਹੋਣ ਲੱਗਿਆ, ਇਹ ਫਿਰ ਆਰੰਭ ਹੋਵੇਗਾ। ਅੰਦਰ ਤਾਂ ਚੱਲ ਹੀ ਰਿਹਾ, ਅੰਦਰ ਤਾਂ ਚੱਲ ਹੀ ਰਿਹਾ। ਔਰ ਜੇ ਚਰਨਜੀਤ ਸਿੰਘ ਚੰਨੀ ਨੂੰ ਅਣਗੌਲਿਆਂ ਕਰਕੇ ਠੋਕੋ ਤਾਲੀ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾ ਦਿੱਤਾ ਗਿਆ, ਤਾਂ ਮੈਂ ਤੁਹਾਨੂੰ ਲਿਖ ਕੇ ਦਿੰਦਾ ਇਹ ਕਾਂਗਰਸ ਦਾ ਪਤਨ ਹੋਵੇਗਾ ਔਰ ਇਹ ਕਾਂਗਰਸ ਲੀਰੋ ਲੀਰ ਹੋਵੇਗੀ, ਕਿਉਂਕਿ ਚਰਨਜੀਤ ਸਿੰਘ ਚੰਨੀ ਇਹ ਮਤਲਬ ਬੇਅਦਬੀ ਆਪਣੀ ਜ਼ਿਲਤ ਬਰਦਾਸ਼ਤ ਨਹੀਂ ਕਰ ਸਕਣਗੇ, ਬਿਲਕੁਲ ਨਹੀਂ ਕਰ ਸਕਣਗੇ। ਸੋ ਕਹਿਣ ਦਾ ਭਾਵ ਇਹੀ ਹੈ ਕਿ ਜਿਹੜੇ ਇਹ ਕੱਲ ਦੋਨੋਂ ਜਾਣੇ ਇਕੱਠੇ ਹੋ ਕੇ ਕੇਦਾਰਨਾਥ ਗਏ ਨੇ, ਕਿਤੇ ਨਾ ਕਿਤੇ ਹਾਈ ਕਮਾਂਡ ਦੇ ਵੱਲੋਂ ਇਹਨਾਂ ਨੂੰ ਇਹ ਫੈਸਲਾ ਸੁਣਾਇਆ ਗਿਆ ਕਿ ਤੁਸੀਂ ਇਕੱਠੇ ਹੋ ਕੇ ਇੱਕ ਵਾਰ ਤੋਂ ਫਿਰ ਤਾਲਮੇਲ ਬਣਾ ਕੇ ਕੋਈ ਇਹੋ ਜਿਹਾ ਕੰਮ ਕਰੋ ਜਿਹਦੇ 'ਚ ਲੋਕਾਂ ਨੂੰ ਲੱਗੇ ਕਿ ਤੁਹਾਡੇ ਮਨਾਂ ਦੇ ਵਿੱਚ ਜਿਹੜਾ ਗੁੱਸਾ ਗਿਲਾ ਹੈ ਉਹ ਨਹੀਂ ਹੈ। ਦੇਖੋ ਇਹਦੇ ਪਿੱਛੇ ਇੱਕ ਹੋਰ ਮਨਸ਼ਾ ਵੀ ਹੈ, ਇਹ ਕੇਦਾਰਨਾਥ ਕਿਉਂ ਗਏ? ਦੋਨੇ ਸਰਦਾਰ ਜੀ ਕੇਦਾਰਨਾਥ ਕਿਉਂ ਗਏ? ਵੀ ਬਹੁਤ ਵੱਡਾ ਸਵਾਲ ਹੈ। ਠੀਕ ਹੈ, ਇਹ ਮੈਂ ਮਤਲਬ ਮੁੱਖ ਮੰਤਰੀ ਹੋਵਾਂ ਤਾਂ ਮੈਂ ਜਾਵਾਂਗਾ ਸ਼੍ਰੀ ਹਰਿਮੰਦਰ ਸਾਹਿਬ ਜਾਵਾਂਗਾ, ਮੈਂ ਦੁਰਗਿਆਨਾ ਮੰਦਿਰ ਜਾਵਾਂਗਾ, ਠੀਕ, ਬਤੌਰ ਸਰਦਾਰ। ਇੱਥੇ ਇਹ ਕੇਦਾਰਨਾਥ ਜਾਣ ਦਾ ਮੰਤਵ ਇਹ ਹੈ ਕਿ 42% ਪੰਜਾਬ ਦੇ ਵਿੱਚ ਹਿੰਦੂ ਵੋਟ ਤੇ OBC ਸ਼੍ਰੇਣੀਆਂ ਦੀ ਵੋਟਾਂ ਨੇ। ਉਹ 42% ਵੋਟ ਨੂੰ ਆਪਣੇ ਵੱਲ ਕਰਨ ਵਾਸਤੇ, ਆਪਣੇ ਆਪ ਨੂੰ ਇਹ ਦਰਸਾਉਣ ਵਾਸਤੇ ਕਿ ਅਸੀਂ ਸਿੱਖਾਂ ਨਾਲੋਂ ਪਹਿਲਾਂ ਹਿੰਦੂ ਹਾਂ, ਠੀਕ ਹੈ, ਇਹ ਮੋਹਰ ਮਤਲਬ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਆਪਣੀ ਇਸ ਯਾਤਰਾ ਤੇ। ਯਾਤਰਾ ਨਿਰੋਲ ਸਿਆਸੀ ਹੈ, ਇਹਦਾ ਤੀਰਥ ਯਾਤਰਾ ਨਾਲ ਕੋਈ ਤਾਲੁਕ ਨਹੀਂਗਾ। ਇਹ ਨਹੀਂ ਗਾ ਕਿ ਉੱਥੇ ਜਾ ਕੇ ਇਹਨਾਂ ਨੇ ਕੋਈ ਆਰਾਧਨਾ ਕੀਤੀ ਹੈ, ਭਗਤੀ ਕੀਤੀ ਹੈ ਤੇ ਉੱਥੋਂ ਕੁਝ ਲੈ ਕੇ ਆਏ ਨੇ। ਸਿਆਸੀ ਲੋਕਾਂ ਦਾ ਈਮਾਨ ਸਿਆਸਤ ਹੁੰਦਾ, ਕੋਈ ਧਰਮ ਨਹੀਂ ਹੁੰਦਾ, ਕੋਈ ਡਾਕਾ ਨਹੀਂ ਹੁੰਦਾ। ਉਹ ਹੋਰ ਕੋਈ ਕਿਸੇ ਧਰਮ ਨੂੰ ਨਹੀਂ ਮੰਨਦੇ ਹੁੰਦੇ। ਉਹਨਾਂ ਦਾ ਧਰਮ ਰਾਜ ਸੱਤਾ ਦੀਆਂ ਪੌੜੀਆਂ ਚੜ੍ਹ ਕੇ ਤਖਤ ਤੇ ਬੈਠਣਾ ਹੁੰਦਾ। ਤੇ ਜਿਹੜੇ ਲੋਕ ਉਹਨਾਂ ਨੂੰ ਇਹ ਸਮਝੀ ਜਾਂਦੇ ਨੇ ਜੀ ਆਪਾਂ ਇਉਂ ਭਟਕ ਜਾਂਦੇ ਆ ਕਿ ਜੇ ਤਾਂ ਗੁਰਦੁਆਰੇ ਜਾ ਵੜ ਤਾਂ ਆਪਾਂ ਨੂੰ ਲੱਗਦਾ ਜੀ ਬੜੇ ਇਹ ਮਤਲਬ ਸਿੱਖਾਂ ਵਾਲੇ ਪਾਸੇ ਨੂੰ ਸੋਚਦੇ ਆ। ਜੇ ਹੁਣ ਕੇਦਾਰਨਾਥ ਗਏ ਤਾਂ ਲੋਕਾਂ ਨੇ ਐ ਸੋਚਣ ਲੱਗਣਾ
ਕਿ ਠੋਕੋ ਤਾਲੀ ਦਾ ਤਾਂ ਖੈਰ ਪਹਿਲਾਂ ਹੀ ਉਹਨਾਂ ਨੂੰ ਪਤਾ ਹੈ ਕਿ ਉਹ ਤਾਂ ਮਤਲਬ ਉਸ ਤਰ੍ਹਾਂ ਦੀਆਂ ਕਦਰਾਂ ਕੀਮਤਾਂ 'ਚ ਵਿਚਰਦਾ ਰਹਿੰਦਾ, ਪਰ ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮੰਤਰੀ ਇਸ ਕਰਕੇ ਗਏ ਨੇ ਕਿ ਹਿੰਦੂ ਵੋਟ ਜਿਹੜੀ ਹੈ ਉਹਨੂੰ ਪ੍ਰਭਾਵਿਤ ਕੀਤਾ ਜਾ ਸਕੇ। ਨਹੀਂ ਤਾਂ ਕੋਈ ਇੰਨੀ ਦੂਰ ਜਾਣ ਦਾ ਕੋਈ ਮਕਸਦ ਮਤਲਬ ਸਮਝ ਨਹੀਂ ਆਉਂਦਾ। ਹਾਂ, ਇੱਥੇ ਜੇ ਇਹ ਮੰਨ ਲਓ ਸਿਰਫ ਦੁਰਗਿਆਨਾ ਮੰਦਿਰ ਜਾਂਦੇ ਤਾਂ ਫੇਰ ਕੀ ਹੁੰਦਾ? ਲੋਕਾਂ ਨੇ ਇਹਨਾਂ ਨੂੰ ਛੱਡਣਾ ਨਹੀਂ ਸੀ, ਪੰਜਾਬ ਦਿਆਂ ਨੇ। ਬਹੁਤ ਗਿਣਤੀ ਸਿੱਖ ਕੌਮ ਨੇ ਕਹਿਣਾ ਸੀ ਤੁਸੀਂ ਕੀ ਡਰਾਮੇ ਕਰਦੇ ਫਿਰਦੇ, ਦੁਰਗਿਆਨਾ ਮੰਦਿਰ ਜਾਏ, ਹਰਮੰਦਰ ਸਾਹਿਬ ਗਏ ਨਹੀਂਗੇ। ਹਰਮੰਦਰ ਸਾਹਿਬ ਪਹਿਲਾਂ ਜਾਂਦੇ ਫਿਰ ਦੁਰਗਿਆਨਾ ਮੰਦਿਰ ਜਾਂਦੇ ਤੇ ਲੋਕਾਂ ਨੂੰ ਕੋਈ ਉਹ ਗੁਜ਼ਰ ਨਹੀਂ ਗਾ। ਤੋ ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ, ਗੁੰਮਰਾਹ ਕਰਨ ਵਾਸਤੇ ਕੀਤਾ ਜਾ ਰਿਹਾ। ਧਰਮ ਤੁਰਮ ਤੀਰਥ ਯਾਤਰਾ ਕੁਛ ਨਹੀਂ ਗਾ ਇਹ, ਬਿਲਕੁਲ ਸਿਰਫ ਸਿਆਸਤ ਨਾਲ ਜੁੜੀ ਹੋਈ ਹੀ ਹੈ ਗੱਲਬਾਤ ਕਿ ਅਸੀਂ ਸਿਆਸਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਹੀ ਕੋਈ ਨਾ ਕੋਈ ਕੰਮ ਕਰ ਰਹੇ ਹਾਂ। ਇਹਦੇ ਵਿੱਚ ਪਰਮਾਤਮਾ ਜਾਂ ਆਸਥਾ ਨਾਂ ਦੀ ਤਾਂ ਕੋਈ ਚੀਜ਼ ਨਹੀਂ ਹੈ। ਦੇਖੋ, ਪਰਮਾਤਮਾ ਜਾਂ ਆਸਥਾ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਸਾਡੀ ਜ਼ਾਤੀ ਹੁੰਦੀ ਹੈ, ਸਾਡੇ ਦਿਲ ਤੱਕ ਸੀਮਿਤ ਹੁੰਦੀ ਹੈ। ਸਿਆਣੇ ਕਹਿੰਦੇ ਨੇ ਕਿ ਜਦੋਂ ਮੇਰਾ ਧਰਮ ਮੇਰੇ ਡਰਾਇੰਗ ਰੂਮ 'ਚ ਆ ਜਾਏ ਨਾ ਉਦੋਂ ਚੰਗਾ ਨਹੀਂ ਹੁੰਦਾ ਜੀ। ਮੇਰਾ ਧਰਮ ਹੈ ਜਿਹੜਾ ਉਹ ਮੇਰੇ ਬੈਡਰੂਮ ਤੱਕ ਸੀਮਿਤ ਹੋਣਾ ਚਾਹੀਦਾ। ਮੈਨੂੰ ਤੁਸੀਂ ਦੱਸੋ, ਤੁਸੀਂ ਮੇਰੇ ਘਰੇ ਆਓ ਤੇ ਮੈਂ ਆਪਣੇ ਡਰਾਇੰਗ ਰੂਮ 'ਚ ਵੱਡੀਆਂ ਵੱਡੀਆਂ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ, ਤਲਵਾਰ ਵਾਲੀ, ਹਨਾ, ਬਾਬੇ ਨਾਨਕ ਦੀ ਫੋਟੋ, ਤੇ ਹੋ ਸਕਦਾ ਤੁਹਾਡੀ ਉਸ ਧਰਮ 'ਚ ਆਸਥਾ ਹੀ ਨਾ ਹੋਵੇ ਤੇ ਤੁਹਾਨੂੰ ਐ ਲੱਗੂਗਾ ਨਾ ਵੀ ਇਹ ਬੰਦਾ ਕਿੱਡਾ ਕੱਟੜ ਹੈ ਜੀ। ਤੇ ਜੇ ਮੇਰੇ ਅੰਦਰ ਗੁਰੂ ਦਸਮ ਪਿਤਾ ਵਾਸਤੇ ਅਥਾਹ ਸਤਿਕਾਰ ਹੈ ਜਾਂ ਮੈਂ ਗੁਰੂ ਸਾਹਿਬਾਨ ਨੂੰ ਮੰਨਦਾ ਤੇ ਮੈਨੂੰ ਇਹ ਡਰਾਮਾ ਕਰਨ ਦੀ ਜਾਂ ਕਿਸੇ ਨੂੰ ਦੱਸਣ ਦੀ ਲੋੜ ਤਾਂ ਨਹੀਂ, ਜਾਂ ਕੋਠੇ ਤੇ ਖੜ ਕੇ ਰੌਲਾ ਪਾਉਣ ਦੀ ਲੋੜ ਤੇ ਨਹੀਂ। ਠੀਕ ਹੈ, ਮੇਰੇ ਗੁਰੂ ਨੇ ਮੇਰੇ ਦਿਲ ਤੱਕ ਸੀਮਿਤ ਨੇ, ਮੈਂ ਕਿਸੇ ਨੂੰ ਇਹ ਨੁਮਾਇਸ਼ ਕਿਉਂ ਕਰਦਾ ਫਿਰਾਂ, ਹਨਾ? ਬਿਲਕੁਲ। ਸੋ ਇਹ ਜਿਹੜੇ ਲੋਕ ਜਦੋਂ ਨੁਮਾਇਸ਼ ਕਰਦੇ ਨੇ ਕਿਸੇ ਕਿਸਮ ਦੀ, ਇਹਦਾ ਮਤਲਬ ਜਿਸ ਮਕਸਦ ਨੂੰ ਲੈ ਕੇ ਨੁਮਾਇਸ਼ ਕਰਦੇ ਨੇ ਉਸ ਚੋਂ ਊਣੇ ਹੁੰਦੇ ਨੇ, ਬਿਲਕੁਲ ਉਸ ਚੋਂ ਪਰਪੱਕ ਨਹੀਂ ਹੁੰਦੇ। ਉਹ ਸਿਰਫ ਨਾਟਕ ਹੁੰਦਾ, ਉਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਕਵਾਇਦ ਹੁੰਦੀ ਹੈ, ਜਾਂ ਕਹਿ ਲਓ ਇੱਕ ਯੋਜਨਾ ਹੁੰਦੀ ਹੈ। ਸੋ ਇਸੇ ਹੀ ਗੱਲ ਦੇ ਨਾਲ ਮੈਂ ਇੱਕ ਹੋਰ ਸਵਾਲ ਤੁਹਾਡੇ ਨਾਲ ਕਰਨ ਵਾਲੀ ਹਾਂ ਜਿਹੜਾ ਕਿ ਇਹਦੇ ਨਾਲ ਹੀ ਜੁੜਿਆ ਹੋਇਆ, ਉਹ ਹੈ ਐਡਵੋਕੇਟ ਜਨਰਲ ਦਾ ਅਸਤੀਫਾ, ਜਿਹੜਾ ਕਿ ਨਵਜੋਤ ਸਿੰਘ ਸਿੱਧੂ ਤੇ ਚੰਨੀ ਸਾਹਿਬ ਦੇ ਵਿਚਕਾਰ ਕਾਫੀ ਮਤਭੇਦ ਇਸ ਸਿਲਸਿਲੇ ਨੂੰ ਲੈ ਕੇ ਚੱਲਦੇ ਰਹੇ ਨੇ। ਸੋ ਹਜੇ ਤੱਕ ਉਹਨਾਂ ਦਾ ਅਸਤੀਫਾ ਦਾ ਜਿਹੜਾ ਭੰਬਲ ਭੂਸਾ ਬਣਿਆ ਹੋਇਆ, ਕਦੀ ਆ ਜਾਂਦਾ ਹੈ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ, ਕਦੀ ਉਹ ਕਹਿ ਦਿੰਦੇ ਨੇ ਕਿ ਮੈਂ ਅਸਤੀਫਾ ਨਹੀਂ ਦਿੱਤਾ। ਕੀ ਉਹਨਾਂ ਨੇ ਦੇਣਾ ਹੈ ਜਾਂ ਨਹੀਂ ਦੇਣਾ ਹੈ, ਇਹਦੇ ਬਾਰੇ ਇਹ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਆਪ ਨੂੰ ਵੀ ਪਤਾ ਨਹੀਂ ਵੀ ਮੈਂ ਅਸਤੀਫਾ ਦੇਤਾ ਸੀ ਕਿ ਮੈਂ ਅਸਤੀਫਾ ਦੇਣਾ ਹੈ, ਜੇ ਕਿ ਮੇਰਾ ਅਸਤੀਫਾ ਉਹਨਾਂ ਨੇ ਮਨਜ਼ੂਰ ਕਰ ਲਿਆ ਸੀ ਕਿ ਅਜੇ ਮਨਜ਼ੂਰ ਕਰਨਾ ਹੈ। ਐਕਚੁਅਲੀ ਗੇਮ ਕੀ ਹੈ? ਇਹ ਗੇਮ ਇਹ ਹੈ ਕਿ ਹਾਈ ਕਮਾਨ ਨੂੰ ਤੇ ਪੰਜਾਬ ਕਾਂਗਰਸ ਨੂੰ ਇੱਕ ਮੁਤਾਲਬਾ ਕੀਤਾ ਗਿਆ ਸੀ ਠੋਕੋ ਤਾਲੀ ਵੱਲੋਂ ਕਿ ਇਹ ਜਿਹੜਾ ਐਡਵੋਕੇਟ ਜਨਰਲ ਹੈ, ਕਿਉਂਕਿ ਇਹ ਬਾਈਬਲ ਕਲਾਂ ਗੋਲੀकांड, ਕੋਟਪੂਰਾ ਗੋਲੀकांड, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਤਾਲੁਕ ਰੱਖਦੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਸੀ ਜਿਨ੍ਹਾਂ ਨੇ ਸਿੱਖ ਹਿਰਦਿਆਂ ਨੂੰ ਵਿਲੁੰਦਰਿਆ ਜੀ, ਉਹਨਾਂ ਦੇ ਵਿੱਚ ਜਿਹੜੇ ਮੁਲਜ਼ਮ ਨੇ ਸੁਮੇਧ ਸੈਣੀ ਤੇ ਪਰਮਰਾਜ ਸਿੰਘ ਉਬਰਾ ਨੰਗਲ, ਇਹ ਵਿਅਕਤੀ ਉਹਨਾਂ ਦਾ ਵਕੀਲ ਰਿਹਾ, ਯਾਨੀ ਡਿਫੈਂਸ ਦਾ ਵਕੀਲ ਰਿਹਾ। ਹੁਣ ਇਹ ਸਰਕਾਰ ਦਾ ਐਡਵੋਕੇਟ ਜਨਰਲ ਹੈ। ਇਹਦਾ ਮਤਲਬ ਇਹ ਹੈ ਹੁਣ ਇਹ ਸਰਕਾਰ ਦੇ ਹੱਕ 'ਚ ਜਾਏਗਾ ਤੇ ਉਹਨਾਂ ਦੇ ਖਿਲਾਫ ਭੁਗਤੇਗਾ। ਠੀਕ ਹੈ, ਜਿਹੜੀ ਪੱਕੀ ਜ਼ਮਾਨਤ ਉਹਨਾਂ ਨੂੰ ਮਿਲੀ ਹੈ ਸੁਮੇਧ ਸੈਣੀ ਹੋਰਾਂ ਨੂੰ, ਉਹ ਵੀ ਇਹਨਾਂ ਦੀਆਂ ਦਲੀਲਾਂ ਤੇ ਮਿਲੀ ਹੈ। ਗੱਲ ਤਾਂ ਠੀਕ ਸੀ ਕਿ ਜਿਹੜਾ ਇੱਕ ਪਾਸੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਕਰਦੇ ਹੋ, ਇੱਕ ਪਾਸੇ ਤੁਸੀਂ ਇਹ ਗੱਲ ਕਰਦੇ ਹੋ ਕਿ ਕੋਟਪੂਰਾ ਗੋਲੀकांड ਤੇ ਬਾਈਬਲ ਕਲਾਂ ਗੋਲੀकांड ਵਿੱਚ ਜਿਹੜੇ ਵਿਅਕਤੀ ਸ਼ਾਮਲ ਸੀ, ਪੁਲਿਸ ਅਧਿਕਾਰੀ ਵਿਸ਼ੇਸ਼ ਤੌਰ ਤੇ, ਉਹਨਾਂ ਨੂੰ ਚੰਗਾ ਦੰਡ ਮਿਲਣਾ ਚਾਹੀਦਾ ਕਾਨੂੰਨੀ। ਔਰ ਦੂਜੇ ਪਾਸੇ ਤੁਸੀਂ ਉਹੀ ਵਿਅਕਤੀ ਜਿਹੜੇ ਉਹਨਾਂ ਦੇ ਡਿਫੈਂਸ ਦੇ ਵਕੀਲ ਸੀ ਉਹਨਾਂ ਨੂੰ ਤੁਸੀਂ ਅੱਗੇ ਲਏ ਹੋਣੇ ਜੀ। ਮਤਲਬ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਾਨੂੰਨ ਦਾ ਤਕਾਜ਼ਾ ਨਹੀਂ ਜਾਂ ਸਰਕਾਰੀ ਮਤਲਬ ਨਿਯਮਾਂ ਦਾ ਵੀ ਤਕਾਜ਼ਾ ਨਹੀਂ ਜੀ। ਹੁਣ ਉੱਪਰੋਂ ਇਹ ਹੁਕਮ ਹੋਇਆ ਕਿ APS ਦੇ ਉਹਨੂੰ ਬਦਲ ਦਿੱਤਾ ਜਾਵੇ। ਜਦੋਂ ਉਹਨਾਂ ਨੂੰ ਇਸ ਗੱਲ ਦੀ ਮਤਲਬ ਸੂਹ ਮਿਲਦੀ ਹੈ ਤਾਂ ਉਹ ਅਗਾਊਂ ਹੀ ਜਾ ਕੇ ਆਪਣਾ ਅਸਤੀਫਾ ਦੇ ਦਿੰਦੇ ਨੇ। ਉਹ ਅਸਤੀਫਾ ਦੇ ਤਾਂ ਦਿੰਦੇ ਨੇ, ਪਰ ਉਹਨਾਂ ਨੂੰ ਐਂ ਲੱਗਦਾ ਫਿਰ ਮੁੱਖ ਮੰਤਰੀ ਨੂੰ ਕਿ ਭਾਈ ਤੂੰ ਅਸਤੀਫਾ ਉਸ ਵਕਤ ਦੇ ਰਿਹਾ ਜਦੋਂ ਇਹ ਤੇਰਾ ਅਸਤੀਫਾ ਮੇਰੇ ਵਾਸਤੇ ਲਾਹੇਵੰਦ ਨਹੀਂ, ਇਹ ਮੇਰੇ ਵਾਸਤੇ ਸਿਆਸੀ ਤੌਰ ਤੇ ਹਾਨੀਕਾਰਕ ਸਿੱਧ ਹੋ ਸਕਦਾ। ਇਸ ਕਰਕੇ ਫਿਲਹਾਲ ਤੂੰ ਯਾਰ ਬੈਠਾ ਰਹਿ, ਤੇਰਾ ਅਸਤੀਫਾ ਕਦੋਂ ਲੈਣਾ ਕਦੋਂ ਨਹੀਂ ਲੈਣਾ ਇਹ ਤੈਨੂੰ ਅਸੀਂ ਦੱਸ ਦਿਆਂਗੇ। ਪਰ ਹੁਣ ਇਸ ਮੌਕੇ ਤੇ ਅਸੀਂ ਨਹੀਂ ਚਾਹੁੰਦੇ ਕਿ ਤੇਰੇ ਅਸਤੀਫੇ ਨਾਲ ਠੋਕੋ ਤਾਲੀ ਨੂੰ ਕੋਈ ਰਾਜਨੀਤਿਕ ਲਾਭ ਹੋਵੇ। ਬਿਲਕੁਲ, ਇਸ ਕਰਕੇ ਉਹ ਭੰਬਲ ਭੂਸਾ ਜਿਹੜਾ ਬਰਕਰਾਰ ਹੈ ਕਿ ਭਾਵੇਂ ਇਹਨਾਂ ਦੇ ਅਸਤੀਫੇ ਦੀ ਨਕਲ ਹੈ ਜਿਹੜਾ ਇਹਨਾਂ ਨੇ ਅਸਤੀਫਾ ਦਿੱਤਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ, ਪਰ ਹੁਣ ਇਹਨਾਂ ਨੇ ਇਹ ਕਿਹਾ ਵੀ ਮੈਂ ਕੋਈ ਅਸਤੀਫਾ ਨਹੀਂ ਦਿੱਤਾ। ਸਿਆਸਤ ਨਾ
ਇਸ ਤਰ੍ਹਾਂ ਦੀਆਂ ਤਿਗੜਮਬਾਜ਼ੀਆਂ ਜੀਆਂ ਹੁੰਦੀਆਂ ਰਹਿੰਦੀਆਂ ਨੇ। ਹੂੰ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁੱਕਰ ਵੀ ਜਾਂਦੇ ਨੇ। ਆਪੋ ਆਪਣਾ ਫਾਇਦਾ ਦੇਖਦੇ ਨੇ ਨਾ, ਠੀਕ ਹੈ, ਕਿਧਰੋਂ ਕਿਹਨੂੰ ਫਾਇਦਾ। ਫਾਇਦਾ ਹੂੰ ਹਰ ਇੱਕ ਬੰਦੇ ਦਾ ਆਪਣਾ ਮੁਫਾਦ ਹੁੰਦਾ ਕੋਈ ਨਾ ਕੋਈ, ਔਰ ਉਹ ਉਹਦੇ ਆਲੇ ਦੁਆਲੇ ਪਰਿਕਰਮਾ ਕਰਦਾ। ਹੂੰ ਚਰਨਜੀਤ ਸਿੰਘ ਚੰਨੀ ਨੇ ਜਿਹੜੇ, ਉਹ ਬੜੀ ਦਾਨਿਸ਼ਮੰਦੀ ਨਾਲ ਬੜੀ ਮਤਲਬ ਜ਼ਬਰਦਸਤ ਤੇ ਦਮਦਾਰ ਸਿਆਸੀ ਗੇਮ ਖੇਡ ਰਹੇ ਨੇ। ਹੂੰ ਕਿਵੇਂ? ਪਹਿਲੀ ਗੱਲ, ਉਹਨਾਂ ਨੇ ਠੋਕੋ ਤਾਲੀ ਦੀ ਅਜੇ ਤੱਕ ਕੋਈ ਗੱਲ ਨਹੀਂ ਮੰਨੀ। ਜੀ ਜਿਹੜੀਆਂ ਗੱਲਾਂ ਨੂੰ ਲੈ ਕੇ ਉਹ ਇਹ ਕਹਿੰਦਾ ਸੀ ਨਾ ਕਿ ਮੈਂ ਤਾਂ ਆਹ ਸਿੱਟਿਆ ਅਸਤੀਫਾ ਤੇ ਮੈਂ ਤਾਂ ਆਹ ਕਰ ਦੂੰਗਾ, ਤੇ ਮੈਂ ਤਾਂ ਉਹ ਕਰ ਦੂੰਗਾ, ਮੈਂ ਤਾਂ ਚੱਕ ਦੂੰ ਚੌਂਟੇ, ਮੈਂ ਤਾਂ ਉਡਾ ਦੂੰ ਮੰਤਰ, ਮੈਂ ਤਾਂ ਆਹ ਕਰ ਦੂੰ, ਉਹ ਕੁਝ ਨਹੀਂ ਬਣਿਆ। ਠੀਕ, ਰੌਲਾ ਰੱਪਾ ਉਹਨੇ ਬਹੁਤ ਪਾਇਆ, ਬਿਆਨਬਾਜ਼ੀ ਉਹਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵੀ ਕੀਤੀ ਆ 2 ਦਿਨ ਪਹਿਲਾਂ। ਬਿਲਕੁਲ। ਔਰ ਜਿਸ ਤਰ੍ਹਾਂ ਦਾ ਮਤਲਬ ਉਸ ਨੇ ਮੁਜ਼ਾਹਰਾ ਕੀਤਾ ਆਪਣੀ ਅਖੌਤੀ ਅਕਲਮੰਦੀ ਦਾ, ਉਹ ਸਾਰੇ ਜੱਗ ਨੇ ਵੇਖਿਆ। ਉਹਦੇ ਤੇ ਕੋਈ ਪ੍ਰਤੀਕਿਰਿਆ ਨਹੀਂ ਮੁੱਖ ਮੰਤਰੀ ਦੀ ਜੀ। ਉਹ ਆਪਣਾ ਕੰਮ ਕਰਦੇ ਰਹੇ। ਆਪਣੇ ਬੇਟੇ ਦਾ ਉਹਨਾਂ ਨੇ ਵਿਆਹ ਕੀਤਾ, ਲੋਕਾਂ ਨੂੰ ਰਾਹ ਜਾਂਦੇ ਮਿਲਦੇ ਰਹੇ, ਆਪਣੀ ਚਾਲ ਚੱਲਦੇ ਰਹੇ। ਲੋਕਾਂ ਦੇ ਵਿੱਚ ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਵੀ ਆਪਣਾ ਬਹੁਤ ਹੀ ਪ੍ਰਭਾਵਸ਼ਾਲੀ ਅਕਸ ਤੇ ਪਹਿਚਾਣ ਬਣਾ ਲਈ। ਉਹਨਾਂ ਦੇ ਚਿਹਰੇ ਤੋਂ ਕਦੇ ਨਹੀਂ ਐ ਲੱਗਦਾ ਹੁੰਦਾ ਵੀ ਕੋਈ ਚਲਾਕ ਜਿਹਾ ਬੰਦਾ, ਪਹਿਲਾਂ ਯਾਰ ਬੰਦਾ ਬੜਾ ਸਾਊ ਜਿਹਾ ਹਨਾ, ਬੈਠਾ ਰੋਟੀ ਖਾਈ ਜਾਂਦਾ ਉਹਦਾ ਦਾਲ ਨਾਲ ਹਨਾ। ਤੇ ਇਹ ਜਿਹੜਾ ਲੋਕਾਂ ਦੇ ਵਿੱਚ ਪ੍ਰਭਾਵ ਹੁੰਦਾ ਨਾ, ਇਹਦੇ ਅਸਰਾਤ ਬੜੇ ਦੂਰਗਾਮੀ ਹੁੰਦੇ ਨੇ। ਇਹਨੂੰ ਠੋਕੋ ਤਾਲੀ ਨੂੰ ਹਰ ਇੱਕ ਪ੍ਰਤੀਕਿਰਿਆ ਤੇ ਮੁੱਖ ਮੰਤਰੀ ਦੀ ਜਾਂ ਜਨਤਕ ਤੌਰ ਤੇ ਉਹਨਾਂ ਦੇ ਵਿਚਰਨ ਦਾ ਜੋ ਤਰੀਕਾ ਹੈ, ਉਹਦੇ ਤੋਂ ਇਹ ਸੱਤ ਗਿਆ। ਇਹਨੂੰ ਇਹ ਲੱਗਿਆ ਕਿ ਇਹ ਬੰਦਾ ਕੱਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹੋਏਗਾ, ਔਰ ਮੈਂ ਮਤਲਬ ਦਿਨ ਬ ਦਿਨ ਧਰਤੀ 'ਚ ਧੱਸਦੇ ਜਾਣਾ, ਘਟਦਾ ਜਾਊਂਗਾ। ਇਸ ਕਰਕੇ ਇਹ ਬਾਹਾਂ ਚੱਕ ਕੇ ਆਏ, ਮੈਂ ਉਹ ਕਰ ਦੂੰਗਾ, ਕਰਨ ਲੱਗ ਗਿਆ ਨਾ ਕਿ ਮੈਂ ਪੰਜਾਬ ਦਾ ਸਵਾਮੀ ਲਿਆਓ ਫਲਾਨਾ ਤਿਮਕਾ, ਮੈਂ ਮਤਲਬ ਨਹੀਂ ਚਾਹੁੰਦਾ ਪੰਜਾਬ ਦਾ ਬੇੜਾ ਗਰਕ ਹੋਵੇ ਜਾਂ ਪੰਜਾਬ ਦੇ ਵਿੱਚ ਵਿਕਾਸ ਨਾ ਹੋਵੇ, ਪੰਜਾਬ ਦਾ ਜਿਹੜਾ ਖਜ਼ਾਨਾ ਭਰਿਆ ਨਹੀਂ ਗਾ, ਖਾਲੀ ਹੈ, ਇਹ ਭਰਾਂਗੇ ਅਸੀਂ, ਉੱਥੋਂ ਲਿਆ ਕੇ ਇੱਥੋਂ ਲਿਆ ਕੇ, ਮਤਲਬ ਬੜੀਆਂ ਗੱਲਾਂ ਬੜੀਆਂ ਕੀਤੀਆਂ। ਖਾਮੋਸ਼ੀ ਦਾ ਆਲਮ ਇਹ ਰਿਹਾ ਕਿ ਜਦੋਂ ਇਹਨੂੰ ਬੋਲਣਾ ਚਾਹੀਦਾ ਸੀ ਉਦੋਂ ਇਹ ਲੱਭਿਆ ਹੀ ਨਹੀਂ। 4.5 ਸਾਲ ਤਾਂ ਪਤਾ ਹੀ ਨਹੀਂ ਕਿੱਥੇ ਸੀ। ਤੇ ਜਦੋਂ ਹੁਣ ਬੋਲਣ ਦਾ ਵੇਲਾ ਨਹੀਂ, ਤੇ ਹੁਣ ਇਹ ਐਵੇਂ ਹੀ ਮਤਲਬ ਫੋਕੀਆਂ ਦਾ ਆੜਾ ਮਾਰੀ ਜਾਂਦਾ। ਇਸ ਕਰਕੇ APS ਦਿਓਲ ਦਾ ਅਸਤੀਫਾ ਉਸ ਦਿਨ ਮਨਜ਼ੂਰ ਹੋਊਗਾ ਜਿੱਦਣ ਚਰਨਜੀਤ ਸਿੰਘ ਚੰਨੀ ਆਪਣੀ ਪਸੰਦ ਦੇ ਕਿਸੇ ਤਜਰਬੇਕਾਰ ਵਕੀਲ ਨੂੰ ਇਸ ਅਹੁਦੇ ਤੇ ਤਾਇਨਾਤ ਕਰਨਗੇ, ਪਰ ਉਹਦੇ ਵਿੱਚ ਠੋਕੋ ਤਾਲੀ ਦਾ ਕੁਝ ਨਹੀਂ ਹੋਵੇਗਾ। ਯਾਨੀ ਠੋਕੋ ਤਾਲੀ ਦਾ ਪਸੰਦੀਦਾ ਕੋਈ ਵੀ ਵਕੀਲ ਜਿਹੜਾ ਉਹ ਐਡਵੋਕੇਟ ਜਨਰਲ ਨਹੀਂ ਲਾਇਆ ਜਾਵੇਗਾ। ਇਹ ਸਭ ਕੁਝ ਜੋ ਕੀਤਾ ਜਾ ਰਿਹਾ ਹੈ, ਦੇਰੀ ਜੋ ਹੋ ਰਹੀ ਹੈ, ਇਸ ਕਰਕੇ ਹੋ ਰਹੀ ਹੈ ਕਿ ਠੋਕੋ ਤਾਲੀ ਨੂੰ ਉਹਦੀ ਜਿਹੜੀ ਸਿਆਸੀ ਔਕਾਤ ਹੈ ਕਿ ਉਹ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੈ ਤੇ ਉੱਥੋਂ ਤੱਕ ਹੀ ਸੀਮਿਤ ਰਹੇ। ਇਹ ਸਾਰਾ ਕੁਝ ਜੋ ਹੈ ਉਹਦੇ ਆਲੇ ਦੁਆਲੇ ਘੁੰਮ ਰਿਹਾ। ਬਿਲਕੁਲ। ਸੋ ਕਹਿਣ ਦਾ ਭਾਵ ਕਿ ਚੰਨੀ ਸਾਹਿਬ ਕਿਸੇ ਵਕਤ ਦੀ ਉਡੀਕ ਕਰ ਰਹੇ ਨੇ। ਸੋ ਉਸ ਤੋਂ ਬਾਅਦ ਹੀ ਜਿਹੜੇ ਇਹ ਐਡਵੋਕੇਟ ਜਨਰਲ ਨੇ, ਇਹਨਾਂ ਦਾ ਕੁਝ ਨਾ ਕੁਝ ਜੋ ਹੈ ਸਮਝ ਸਾਨੂੰ ਆਉਣਾ ਸ਼ੁਰੂ ਹੋ ਜਾਏਗਾ। ਸੋ ਇਹਦੇ ਨਾਲ ਹੀ ਨਾਲ ਹੁਣ ਪੰਜਾਬ ਦੀ ਸਿਆਸਤ ਦੀ ਇੱਕ ਹੋਰ ਗੱਲ ਕਰਦੇ ਹਾਂ, ਜਿਹੜੇ ਕਿ ਕੁਝ ਸਮਾਂ ਪਹਿਲਾਂ ਸਾਡੇ ਕੈਪਟਨ ਅਮਰਿੰਦਰ ਸਿੰਘ ਸਨ, ਜਿਨ੍ਹਾਂ ਨੇ ਅਸਤੀਫਾ ਦਿੱਤਾ ਆਪਣੀ ਪਾਰਟੀ ਤੋਂ। ਤਕਰੀਬਨ ਉਹਨਾਂ ਨੂੰ 1.25 ਕੁ ਮਹੀਨਾ ਹੋ ਚੁੱਕਿਆ ਅਸਤੀਫਾ ਦਿੱਤੇ ਨੂੰ, ਤੇ ਉਹਨਾਂ ਨੇ ਹੁਣ ਕੱਲ ਜਿਹੜੀ ਹੈ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ। ਨਾਮ ਹੈ ਸ਼ਾਇਦ ਪੰਜਾਬ ਲੋਕ ਕਾਂਗਰਸ। ਵੈਸੇ ਸਵਾਲ ਤਾਂ ਲੋਕਾਂ ਦੇ ਮਨਾਂ 'ਚ ਇਹ ਵੀ ਨੇ ਕਿ ਤੁਸੀਂ ਪਿੱਛੇ ਕਾਂਗਰਸ ਸ਼ਬਦ ਜ਼ਰੂਰ ਲਗਾ ਲਿਆ। ਸ਼ਬਦ ਤੁਸੀਂ ਪਾਰਟੀ ਨੂੰ ਜਿਹੜਾ ਮਰਜ਼ੀ ਲਗਾਓ, ਗੱਲ ਤਾਂ ਉਦੋਂ ਹੀ ਆਏਗੀ ਜਦੋਂ ਵੀ ਕਿਸੇ ਵੀ ਪਾਰਟੀ, ਜਿਹੜੀ ਵੀ ਪਾਰਟੀ ਹੋਵੇ, ਲੋਕਾਂ ਦੇ ਲਈ ਕੰਮ ਕਰਨਾ ਸ਼ੁਰੂ ਕਰੇ। ਹੁਣ ਇੱਥੇ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਉਹਨਾਂ ਨੇ ਜਿਹੜਾ ਹੁਣ ਅਸਤੀਫਾ ਲਿਖਿਆ, ਉਹਦੇ ਵਿੱਚ ਉਹਨਾਂ ਨੇ ਹਮਲੇ ਕੀਤੇ ਸਿਰਫ ਰਾਹੁਲ ਗਾਂਧੀ ਤੇ ਪ੍ਰਿਯੰਕਾ ਵਾਡਰਾ ਦੇ ਉੱਤੇ। ਉਹਨਾਂ ਨੇ ਰਾਜੀਵ ਗਾਂਧੀ, ਉਹਨਾਂ ਦੇ ਪਿਤਾ ਜੀ ਦੇ ਨਾਲ, ਹੁਣ ਆਪਣੇ ਰਿਸ਼ਤਿਆਂ ਨੂੰ ਵੀ ਉਹਨਾਂ ਨੇ ਕਾਫੀ ਦੱਸਿਆ ਹੈ ਕਿ ਮੇਰੇ ਉਹਨਾਂ ਨਾਲ ਬਹੁਤ ਅੱਛੇ ਰਿਸ਼ਤੇ ਸਨ, ਪਰ ਬੱਚਿਆਂ ਦੀ ਜਿਹੜੀ ਸਮਝ ਹੈ ਉਹ ਸਿਆਸਤ ਦੇ ਵਿੱਚ ਚੰਗੀ ਨਹੀਂ ਸੀ, ਜਿਸ ਕਾਰਨ ਮੈਨੂੰ ਜਿਹੜਾ ਹੈ ਇਹਨਾਂ ਨੇ ਇੱਕ ਤਰ੍ਹਾਂ ਬੇਇੱਜ਼ਤ ਕੀਤਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਸ਼ੀਤਲ ਜੀ, 18 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਔਰ ਉਸ ਤੋਂ ਇੱਕ ਰਾਤ ਪਹਿਲਾਂ ਦੇ ਜੋ ਘਟਨਾਕ੍ਰਮ ਨੇ ਉਹਦਾ ਬਿਆਨ ਵੀ ਇਹਨਾਂ ਨੇ ਆਪਣੇ 7 ਸਫ਼ਿਆਂ ਦੇ ਇਸ ਪੱਤਰ 'ਚ ਦਿੱਤਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਇਸ ਪਾਰਟੀ ਨੂੰ ਛੱਡ ਰਿਹਾ। ਉਹ ਇਹ ਸੀਗਾ ਕਿ ਵਿਧਾਇਕ ਦਲ ਦੀ ਮੀਟਿੰਗ ਹੁੰਦੀ ਹੈ ਜਿਹੜੀ, ਉਹਨੂੰ ਬੁਲਾਉਣਾ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੁੰਦਾ, ਉਹਨੂੰ ਹੋਰ ਕੋਈ ਨਹੀਂ ਬੁਲਾ ਸਕਦਾ। ਪਰ ਇੱਕ ਟਵੀਟ ਨਾਲ ਪੰਜਾਬ ਦੀ ਸਾਰੀ ਸਿਆਸਤ 'ਚ ਹਲਚਲ ਮਚਾ ਦਿੱਤੀ ਗਈ। ਕੈਪਟਨ ਅਮਰਿੰਦਰ ਸਿੰਘ ਨੂੰ ਨਜ਼ਰਅੰਦਾਜ਼ ਕਰਕੇ
ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ, ਹੂੰ, ਉਹਦੇ 'ਚ ਇਹਨਾਂ ਸ਼ਮੂਲੀਅਤ ਨਹੀਂ ਕੀਤੀ ਔਰ ਇਹਨਾਂ ਨੂੰ ਹੀ ਪਤਾ ਲੱਗ ਗਿਆ। ਫਿਰ ਇਹਨਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਕਿ ਤੁਹਾਡਾ ਵਕਤ ਹੋ ਗਿਆ, ਤੁਸੀਂ ਜਾਓ। ਕਿਸੇ ਵਿਅਕਤੀ ਨੂੰ ਜਿਹਦਾ ਇੱਕ ਪਾਰਟੀ ਵਾਸਤੇ ਨਾ ਯੋਗਦਾਨ ਹੋਵੇ ਔਰ ਜਿਸ ਵਿਅਕਤੀ ਦਾ ਕੋਈ ਮਤਲਬ ਜਿਹੜਾ ਕਿਰਦਾਰ ਹੈ ਸਿਆਸੀ, ਉਹਦੇ ਤੇ ਕੋਈ ਦਾਗ ਨਾ ਹੋਵੇ, ਉਸ ਵਿਅਕਤੀ ਨੂੰ ਤੁਸੀਂ ਜਿਹੜਾ ਸਿਆਸੀ ਜਮਾਤ ਦੇ ਪਰਿਵਾਰ ਨਾਲ ਵੀ ਬਹੁਤ ਨੇੜਤਾ ਰੱਖਦਾ ਹੋਵੇ, ਜਿਹਨੂੰ ਆਪਾਂ ਹਾਈ ਕਮਾਨ ਕਹਿੰਦੇ ਆ, ਉਸ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕਰਕੇ, ਦਲੀਲ ਕਰਕੇ ਤੁਸੀਂ ਪਾਰਟੀ ਚੋਂ ਕੱਢ ਦਿਓ, ਤਾਂ ਫਿਰ ਉਹ ਕੀ ਕਰੇਗਾ? 7 ਸਫ਼ਿਆਂ ਦੇ ਇਸ ਖੱਤ ਦੇ ਵਿੱਚ ਉਹਨਾਂ ਨੇ ਲਾਹਣਤਾਂ ਪਾਈਆਂ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਵੀ, ਰਾਹੁਲ ਗਾਂਧੀ ਨੂੰ ਵੀ, ਪ੍ਰਿਯੰਕਾ ਵਾਡਰਾ ਨੂੰ ਵੀ, ਕਿ ਇਹਨਾਂ ਦੋ ਜਵਾਕਾਂ ਦੇ ਆਖੇ ਲੱਗ ਕੇ ਤੁਸੀਂ ਐਡਾ ਵੱਡਾ ਸਟੈਪ ਲਿਆ ਔਰ ਮੇਰੇ ਖਿਲਾਫ ਤੁਸੀਂ ਜੋ ਕੁਝ ਕੀਤਾ ਉਹ ਇਹ ਜਿਹਾ ਹੈ ਕਿ ਮੈਂ ਉਸ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਔਰ ਸਰੇਆਮ ਤੁਸੀਂ ਮੈਨੂੰ ਨੀਵਾਂ ਵਿਖਾਉਣ ਦੀ ਗੱਲ ਕੀਤੀ ਗਈ ਹੈ, ਇਸ ਤਰ੍ਹਾਂ ਦੀ ਗੱਲ ਕਹੀ। ਹੁਣ ਉਹਨਾਂ ਨੇ ਪਾਰਟੀ ਤਾਂ ਬਣਾ ਲਈ, ਐਲਾਨ ਕਰਤਾ ਕਿ ਮੇਰੀ ਨਵੀਂ ਪਾਰਟੀ ਹੈ, ਉਹਦਾ ਨਾਂ ਹੋਵੇਗਾ, ਪਰ ਜਿੱਥੋਂ ਤੱਕ ਇਲੈਕਸ਼ਨ ਸਿੰਬਲ ਦਾ ਸਵਾਲ ਹੈ, ਚੋਣ ਨਿਸ਼ਾਨ ਜਿਹਨੂੰ ਆਪਾਂ ਕਹਿੰਦੇ ਆ, ਉਹ ਇਹ ਹੈ ਕਿ ਇਹਨਾਂ ਨੇ 3 ਨਾਮ ਸੁਝਾਏ ਨੇ ਕਿ ਆਹ ਚੋਣ ਨਿਸ਼ਾਨ ਅਸੀਂ 3, ਉਧਰੋਂ ਜਿਹੜਾ ਇਲੈਕਸ਼ਨ ਕਮਿਸ਼ਨ ਹੈ 3 ਉਹਨਾਂ ਨੇ ਦੇਤੇ ਵੀ ਤੁਸੀਂ ਆ ਵੀ ਵੇਖ ਲਓ, 6 ਦੇ ਵਿੱਚੋਂ ਇਹ ਡਿਸਾਈਡ ਕਰਨਗੇ ਕਿ ਕਿਹੜਾ ਚੋਣ ਨਿਸ਼ਾਨ ਜਿਹੜਾ ਉਹ ਇਹਨਾਂ ਦੀ ਸਿਆਸੀ ਪਾਰਟੀ ਦੀ ਮਾਨਸਿਕਤਾ ਦੇ ਅਨੁਕੂਲ ਹੈ, ਤਾਂ ਉਹ ਹੋ ਜਾਏਗਾ। ਲੇਕਿਨ ਹੁਣ ਗੱਲ ਇਹ ਹੈ ਕਿ ਇਸ ਨਵੀਂ ਪਾਰਟੀ ਦਾ ਪੰਜਾਬ 'ਚ ਭਵਿੱਖ ਕੀ ਹੈ? ਜਿੱਥੋਂ ਤੱਕ ਤਾਂ ਮੇਰਾ ਦਿਮਾਗ ਜਾਂ ਸਮਝ ਕੰਮ ਕਰਦੀ ਹੈ, ਜੋ ਜੀਵਨ ਦਾ ਮੇਰਾ ਤਜਰਬਾ ਹੈ, ਉਸ ਤੋਂ ਮੈਨੂੰ ਇਹ ਲੱਗਦਾ ਕਿ ਜੇ ਇਸ ਪਾਰਟੀ ਦਾ ਕੋਈ ਸੰਬੰਧ ਭਾਜਪਾ ਨਾਲ ਨਹੀਂ ਹੁੰਦਾ ਤਾਂ ਇਹ ਪਾਰਟੀ ਦੇ ਹਿੱਸੇ ਕੁਝ ਨਹੀਂ ਆਉਣ ਲੱਗਿਆ। ਔਰ ਭਾਜਪਾ ਨਾਲ ਸੰਬੰਧ ਇਸ ਸ਼ਰਤ ਤੇ ਹੋਣਾ ਚਾਹੀਦਾ ਹੈ, ਜਿਵੇਂ ਪਹਿਲਾਂ ਕਿਹਾ ਜਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਵਿੱਚ ਕਾਮਯਾਬ ਹੋਣਗੇ। ਪਰ ਮੈਨੂੰ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਅਮਿਤ ਸ਼ਾਹ ਨਾਲ ਤੁਹਾਨੂੰ ਪਤਾ 25 ਬੰਦਿਆਂ ਦਾ ਵਫਦ ਜਿਹੜਾ ਗਿਆ ਸੀ ਮੀਟਿੰਗ ਕਰਨ ਵਾਸਤੇ, ਉਹਦੇ 'ਚ ਖੇਤੀ ਮਾਹਰ ਵੀ ਲੈ ਕੇ ਗਏ ਸੀ, ਅਰਥ ਸ਼ਾਸਤਰੀ ਵੀ ਲੈ ਕੇ ਗਏ ਸੀ, ਖੇਤੀ ਵਿਗਿਆਨੀ ਵੀ ਸ਼ਾਮਿਲ ਸਨ। ਉਹਨਾਂ ਨੇ ਇਹਨਾਂ ਨੂੰ ਵਕਤ ਨਹੀਂ ਦਿੱਤਾ। ਉਸ ਵੇਲੇ ਗੁਜਰਾਤ ਚਲੇ ਗਏ ਕਹਿ ਕੇ, ਪਰ ਗਏ ਉਹ ਫਿਰ ਇੱਕ ਲਖਨਊ ਸੀ, ਇੱਕ ਰੈਲੀ ਨੂੰ ਸੰਬੋਧਨ ਕੀਤਾ ਉਹਨਾਂ ਨੇ, ਉੱਥੇ ਇੱਕ ਉਹਨਾਂ ਦੀ ਆਪਣੀ ਮੁਹਿੰਮ ਸੀਗੀ ਮੈਂਬਰਸ਼ਿਪ ਦੀ, ਉਹਦੇ 'ਚ ਉਹਨਾਂ ਨੇ ਸ਼ਿਰਕਤ ਕੀਤੀ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਹੈ। ਉਸ ਤੋਂ ਬਾਅਦ ਕੋਈ ਤਾਰੀਖ ਨਿਯਤ ਨਹੀਂ ਹੋਈ, ਕੋਈ ਤਾਰੀਖ ਨਹੀਂ ਦਿੱਤੀ ਗਈ ਕਿ ਫਲਾਂ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕੈਪਟਨ ਸਾਹਿਬ ਦੇ ਨਾਲ ਆਏ ਵਫਦ ਨਾਲ ਮੁਲਾਕਾਤ ਕਰਨਗੇ। ਉਹ ਵਫਦ ਦਿੱਲੀ ਬੈਠਾ ਹੈ ਕਿ ਦਿੱਲੀ ਆ ਗਿਆ ਇਹ ਵੀ ਪਤਾ ਨਹੀਂਗਾ। ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਤੋਂ ਬਾਅਦ ਕੋਈ ਐਸਾ ਬਿਆਨ ਨਹੀਂ ਦਿੱਤਾ ਕਿ ਭਾਜਪਾ ਨਾਲ ਜਿਹੜੀ ਉਹ ਪਹਿਲਾਂ ਗੱਲ ਕਰਦੇ ਸੀ ਕਿ ਸਾਡੀ ਸੀਟ ਵੰਡ ਹੋਵੇਗੀ। ਕਿਉਂ? ਇੱਕ ਗੱਲ ਤਾਂ ਕਿਸਾਨ ਜਥੇਬੰਦੀਆਂ ਨੂੰ ਵੀ, ਪੰਜਾਬ ਦੇ ਲੋਕਾਂ ਨੂੰ ਵੀ, ਠੀਕ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਜਿਸ ਤਰ੍ਹਾਂ ਦੀ ਹਵਾ ਹੈ ਉਹ ਇਹ ਹੈ ਕਿ ਸਰਕਾਰ ਦੇ ਮਨ ਵਿੱਚ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਸੰਬੰਧੀ ਕੋਈ ਇਹੋ ਜਿਹੀ ਭਾਵਨਾ ਨਹੀਂ ਹੈ ਕਿ ਇਹਨੂੰ ਰੱਦ ਕਰਨਗੇ। ਇਹ ਰੱਦ ਹੋ ਨਹੀਂ ਸਕਦੇ ਕਿਉਂਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਤੱਕ ਇਹ ਇੱਕ ਵਾਰੀ ਨਹੀਂ 1000 ਵਾਰੀ ਉਹ ਕਹਿ ਚੁੱਕੇ ਨੇ ਕਿ ਇਹ ਰੱਦ ਨਹੀਂ ਹੋਣੇ। ਕਹਿ ਚੁੱਕੇ, ਤੁਸੀਂ ਜੋ ਮਰਜ਼ੀ ਕਰ ਲਓ, ਇਹਨਾਂ ਦੇ ਵਿੱਚ ਕੋਈ ਮਾੜੀ ਮੋਟੀ ਤਰਮੀਮ ਤੁਹਾਡੇ ਮੁਤਾਬਕ ਹੋ ਸਕਦੀ ਹੈ, ਇਹਨਾਂ ਨੂੰ 1.5 ਸਾਲ ਵਾਸਤੇ ਇਹਨਾਂ ਦੇ ਅਮਲ ਤੇ ਰੋਕ ਲਾਈ ਜਾ ਸਕਦੀ ਹੈ। ਪਰ ਹੁਣ ਕਿਉਂਕਿ ਸੁਪਰੀਮ ਕੋਰਟ ਦੇ ਜ਼ੇਰੇ ਗੌਰ ਹੈ ਇਹ ਮਾਮਲਾ, ਉਹਦੇ ਤੇ ਵੈਸੀ ਸਰਕਾਰ ਕੁਝ ਨਹੀਂ ਕਰ ਸਕਦੀ ਕਿਉਂਕਿ ਉੱਥੇ ਸਟੇ ਹੋਇਆ ਔਰ ਸੁਪਰੀਮ ਕੋਰਟ ਵੱਖੋ ਵੱਖਰੇ ਆਪਣੇ ਫੈਸਲਿਆਂ 'ਚ ਕਹਿ ਚੁੱਕੀ ਹੈ ਵੀ ਜਦੋਂ ਤੁਸੀਂ ਸਾਡੇ ਕੋਲੇ ਲਿਆਏ ਹੋ ਮਾਮਲਾ ਔਰ ਅਸੀਂ ਸਟੇ ਕੀਤਾ ਹੋਇਆ ਤਾਂ ਫਿਰ ਇਹਨਾਂ ਨੂੰ ਰੱਦ ਕਰਨ ਦਾ ਕੋਈ ਅਖਤਿਆਰ ਸਾਡੇ ਕੋਲੇ ਨਹੀਂ ਹੈ, ਸਰਕਾਰ ਨਹੀਂ ਕਰਨੇ ਆ। ਪਰ ਤੁਹਾਨੂੰ ਅਧਿਕਾਰ ਨਹੀਂ ਹੈ ਕਿ ਤੁਸੀਂ ਐਵੇਂ ਸੜਕਾਂ ਰੋਕ ਕੇ ਬੈਠੇ ਰਹੋ। ਤੇ ਇਹ ਗੱਲ ਹੁਣ ਸਾਫ਼ ਹੋ ਗਈ ਹੈ ਕਿ ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ, ਦਿੱਲੀ ਸਰਕਾਰ ਨੇ ਰੋਕੀਆਂ ਸੀਗੀਆਂ, ਦਿੱਲੀ ਪੁਲਿਸ ਨੇ ਰੋਕੀਆਂ ਸੀ, ਉਹਨਾਂ ਨੇ ਰੋਕਾਂ ਹਟਾਉਣੀਆਂ ਸ਼ੁਰੂ ਕਰਤੀਆਂ ਨੇ। ਇਹ ਵੱਖਰੀ ਤਰ੍ਹਾਂ ਦੇ ਘਟਨਾਕ੍ਰਮ ਨੇ। ਪਰ ਜੇ ਪੰਜਾਬ ਵਿੱਚ ਇਹ ਮਸਾਇਲ ਹੱਲ ਨਹੀਂ ਹੁੰਦੇ ਜਿਹੜੇ ਕਿਸਾਨਾਂ ਨਾਲ ਜੁੜੇ ਹੋਏ ਨੇ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਕੁਝ ਨਹੀਂ ਹਾਸਲ ਹੋਣ ਲੱਗਾ। ਨੰਬਰ 2, ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ ਉਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪੇਸ਼ਤਰ ਜਦੋਂ ਇਹ ਇਲੈਕਸ਼ਨ ਕੰਪੇਨ ਦੇ ਵਿੱਚ ਰੁੱਝੇ ਹੋਏ ਸੀ, ਹਰ ਜਨਤਕ ਮੰਚ ਤੇ ਜਾ ਕੇ ਇਹਨਾਂ ਦਾ ਵੱਖਰਾ ਹੀ ਨਾਟਕ ਹੁੰਦਾ ਸੀ। ਇਹਨਾਂ ਨੇ ਕਿਹਾ, ਹੁਣ ਇਹ ਦਾਅਵਾ ਕਰਦੇ ਨੇ ਕਿ 92% ਵਾਅਦੇ ਨੇ ਜਿਹੜੇ ਉਹ ਪੂਰੇ ਕੀਤੇ ਨੇ। ਉਹ 92% ਵਾਅਦੇ ਕਿਹੜੇ ਨੇ? ਕਦੇ ਇਹਨਾਂ ਨੇ ਸੂਚੀ ਜਾਰੀ ਨਹੀਂ ਕੀਤੀ ਕਿ ਆਹ 92% ਵਾਅਦੇ ਨੇ, ਆਹ ਵਾਅਦਾ ਨੰਬਰ 1 ਆ, ਵਾਅਦਾ ਨੰਬਰ 2 ਆ ਤੇ ਆਹ ਵਾਅਦਾ ਨੰਬਰ 84 ਹੈ। ਨਹੀਂ, ਕੁਛ ਨਹੀਂ। ਦੇਖੋ
ਜਿਹੜੇ ਵਾਅਦੇ ਪੂਰੇ ਨਹੀਂ ਕੀਤੇ ਹੂੰ ਉਹਨਾਂ ਵਾਅਦਿਆਂ ਦੇ ਆਲੇ ਦੁਆਲੇ ਸਾਰੀ ਸਿਆਸਤ ਘੁੰਮ ਰਹੀ ਹੈ। ਘੁੰਮ ਰਹੀ ਹੈ ਜੀ। ਪਹਿਲਾ ਵਾਅਦਾ ਕਿਸਾਨਾਂ ਦਾ ਕਰਜ਼ਾ ਯਕਮੁਸ਼ਤ ਕਿਸੇ ਵੀ ਸਰੋਤ ਤੋਂ ਲਿਆ ਹੋਵੇ ਮਾਫ ਹੂੰ ਕੀਤਾ ਜਾਏਗਾ, ਕਿਹਾ ਜੀ ਨਾ। ਕਿਹਾ ਜੀ। ਦੂਸਰਾ, ਘਰ ਘਰ ਰੋਜ਼ਗਾਰ ਦਿੱਤਾ ਜਾਏਗਾ, ਹੂੰ ਠੀਕ। ਆਈਫੋਨ ਦਿੱਤੇ ਜਾਣਗੇ, ਹੂੰ ਕਿਹਾ ਇਹ ਵੀ। ਔਰ ਦੂਸਰਾ ਜਿਹੜਾ ਬਹੁਤ ਮਤਲਬ ਅਹਿਮ ਮੁੱਦਾ ਸੀ ਨਸ਼ਿਆਂ ਬਾਰੇ, ਜੀ। ਵੀ ਮੈਂ ਨਿਰਧਾਰਤ ਸਮੇਂ 'ਚ ਨਸ਼ਿਆਂ ਦਾ ਖਾਤਮਾ ਕਰ ਦੂੰਗਾ। ਹੂੰ ਬਾਈਬਲ ਕਲਾਂ ਗੋਲੀकांड, ਕੋਟਕਪੂਰਾ ਗੋਲੀकांड, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਇਹ ਸਾਰੇ ਦੇ ਸੰਬੰਧ ਵਿੱਚ ਇਹਨਾਂ ਨੇ ਮੰਚ ਤੇ ਖਲੋ ਕੇ ਕਿਹਾ ਸੀ ਹੂੰ ਇਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਕੀਤੀ ਕਰਾਈ ਆ, ਔਰ ਹੂੰ। ਮੈਂ ਐਂ ਕਰ ਦੂੰ, ਮੈਂ ਉਹ ਕਰ ਦੂੰਗਾ। ਜੀ। ਤੇ ਬਾਅਦ ਦੇ ਵਿੱਚ ਇਹ ਨਾ ਹੀ ਲੈਣੇ ਭੁੱਲ ਗਏ। ਹੂੰ ਬਾਅਦ ਦੇ ਵਿੱਚ ਇਹਨਾਂ ਨੂੰ ਸਾਰੇ ਵਾਅਦੇ ਵਿਸਰ ਗਏ। ਹੂੰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਜਨਤਕ ਸ਼ੈਲੀ ਰਹੀ ਹੈ ਜਾਂ ਜਿਹੜੀ ਉਹਨਾਂ ਦੀ ਕਾਰਜਸ਼ੈਲੀ ਸਰਕਾਰੀ ਰਹੀ ਹੈ, ਉਹਦੇ ਤੋਂ ਲੋਕ ਖੁਸ਼ ਨਹੀਂ ਸਨ। ਹੂੰ ਜੇ ਉਹ ਇਹ ਵਾਅਦੇ ਪੁਗਾ ਜਾਂਦੇ ਤਾਂ ਇਹਨਾਂ ਨੂੰ ਪਾਰਟੀ ਬਣਾਉਣ ਦੀ ਵੀ ਲੋੜ ਨਹੀਂ ਸੀ। ਨਹੀਂ ਸੀ ਪੈਣੀ। ਇਹ ਜਿਹਦੇ ਵੀ ਮੋਢੇ ਤੇ ਹੱਥ ਰੱਖ ਦਿੰਦੇ ਹੂੰ ਉਹ ਜਿੱਤ ਜਾਂਦਾ, ਜੀ। ਔਰ ਫਿਰ ਕਾਂਗਰਸ ਚੋਂ ਇਹਨਾਂ ਦੀ ਇਸ ਤਰ੍ਹਾਂ ਨਿਕਾਸੀ ਨਹੀਂ ਹੁੰਦੀ ਸੀ। ਹੂੰ ਪਰ ਕਿਉਂਕਿ ਨਾ ਤਾਂ ਲੋਕਾਂ ਦੇ ਵਿੱਚ ਇਹ ਆਪਣੀ ਕੋਈ ਪੈਂਠ ਬਣਾ ਸਕੇ, ਜੀ ਜਿਹੜੇ ਮੁੱਖ ਵਾਅਦੇ ਕੀਤੇ ਉਹ ਇਹਨਾਂ ਨੇ ਪੂਰੇ ਨਹੀਂ ਕੀਤੇ। ਜੀ। ਜਿਹੜੀ ਸ਼ਾਹਾਨਾ ਜ਼ਿੰਦਗੀ ਹੈ ਇਹਨਾਂ ਦਾ, ਹੂੰ। ਠਾਠ ਬਾਠ ਹੈ, ਠੀਕ ਹੈ, ਉਹਨੂੰ ਲੈ ਕੇ ਵੀ ਇਹ ਆਲੋਚਨਾ ਦਾ ਸ਼ਿਕਾਰ ਹੁੰਦੇ ਰਹੇ, ਕਾਫੀ ਵਾਰ ਹੋਏ ਨੇ। ਠੀਕ। ਹੂੰ ਫਿਰ ਇਹ ਹੁੰਦਾ ਕਿ ਤੁਹਾਡਾ ਜੋ ਰੂਪ ਸਾਹਮਣੇ ਆਉਂਦਾ ਲੋਕਾਂ ਦੇ, ਹੂੰ ਜਦੋਂ ਤੁਸੀਂ ਇੱਕ ਬਹੁਤ ਵੱਡੇ ਰੁਤਬੇ ਤੇ ਹੁੰਦੇ ਹੋ, ਹੂੰ ਉਹਨੂੰ ਲੈ ਕੇ ਜਦੋਂ ਤੁਸੀਂ ਆਲੋਚਨਾ ਦੇ ਪਾਤਰ ਬਣਦੇ ਹੋ, ਤੁਹਾਡੇ ਕੋਲੇ 100 ਤਰਕ ਹੋਣ। ਹੂੰ ਤੁਸੀਂ ਵੇਖੋ ਅਰੂਸਾ ਆਲਮ ਨੂੰ ਲੈ ਕੇ ਹੂੰ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ, ਲੋਕਾਂ ਨੇ ਬੜਾ ਮਜ਼ਾਕ ਉਡਾਇਆ, ਜੀ। ਜਿੱਥੇ ਉਹ ਕਹਿੰਦੀ ਹੈ ਮੈਨੂੰ ਸੀਤਾ ਫਲ ਲਿਆ ਦਿਓ, ਆਹ ਲਿਆ ਦਿਓ, ਉਹ ਲਿਆ ਜੀ। ਦਿਓ, ਹਨਾ। ਉਹ ਆ ਕੇ ਚੰਡੀਗੜ੍ਹ ਸਰਕਾਰੀ ਕੋਠੀ 'ਚ ਬੈਠੀ ਹੈ। ਹੂੰ ਮੰਨ ਲਓ ਉਹਨਾਂ ਦਾ ਜ਼ਾਤੀ ਮਾਮਲਾ ਹੈ, ਹੂੰ ਪਰ ਜਦੋਂ ਕੋਈ ਬੰਦਾ ਬਹੁਤ ਬੁਲੰਦ ਰੁਤਬੇ ਤੇ ਹੋਵੇ ਨਾ, ਫਿਰ ਉਹਦਾ ਜ਼ਾਤੀ ਮਾਮਲਾ ਨਹੀਂ ਹੁੰਦਾ, ਹੂੰ ਬਿਲਕੁਲ ਕਿਉਂਕਿ ਉਸ ਵੇਲੇ ਉਹ ਇੱਕ ਸਮਾਜ ਨੂੰ ਰਿਪਰੈਜ਼ੈਂਟ ਕਰਦਾ ਹੈ, ਜੀ। ਉਹ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ। ਹੂੰ ਤੇ ਲੋਕ ਨੁਮਾਇੰਦਾ ਜਦੋਂ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਹੂੰ ਤਾਂ ਫਿਰ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ, ਸਵਾਲ ਖੜੇ ਹੁੰਦੇ ਨੇ। ਬਿਲਕੁਲ ਬੜਾ ਬੁਰਾ ਪ੍ਰਭਾਵ ਪੈਂਦਾ। ਪ੍ਰਭਾਵ ਪੈਂਦਾ। ਹੂੰ ਇਸ ਕਰਕੇ ਜਦ ਤੱਕ ਇਹ ਸਿਹਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਨਹੀਂ ਸੱਜਦਾ ਹੂੰ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਏ ਨੇ, ਜੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਵਾਈ ਹੈ ਸਰਕਾਰ ਤੋਂ, ਜੀ। ਔਰ ਜਿਹੜੇ ਬਾਕੀ ਵੀ ਉਹਨਾਂ ਦੀਆਂ ਮੰਗਾਂ ਨੇ, ਮੁਤਾਲਬੇ ਨੇ, ਹੂੰ ਉਹ ਵੀ ਪੂਰੇ ਕਰਨ ਵਾਸਤੇ ਸਰਕਾਰ ਤੋਂ ਇੱਕ ਵਾਅਦਾ ਲਿਆ ਹੂੰ ਤੌਰ ਸਰਕਾਰ ਨੇ ਕੈਪਟਨ ਨਾਲ ਅਹਿਦ ਕੀਤਾ ਹੈ। ਜੀ ਇਸ ਤਰ੍ਹਾਂ ਹੋ ਨਹੀਂ ਸਕਦਾ, ਜੀ। ਕਿਉਂਕਿ ਭਾਜਪਾ ਖੁਦ ਚੋਣਾਂ ਲੜਨ ਵਾਸਤੇ ਹੂੰ ਯਤਨਸ਼ੀਲ ਹੈ ਇੱਥੇ, ਬਿਲਕੁਲ। ਔਰ ਉਹਨਾਂ ਨੇ ਕਿਹਾ 117 ਵਿਧਾਨ ਸਭਾ ਹਲਕਿਆਂ 'ਚ ਅਸੀਂ ਚੋਣਾਂ ਲੜਾਂਗੇ ਔਰ ਹੂੰ। ਜਿੱਤਾਂਗੇ। ਉਹ ਫਿਰ ਕਿਸੇ ਦੂਜੇ ਬੰਦੇ ਨੂੰ ਹੂੰ ਇਹਦਾ ਸਿਲਾ ਕਿਉਂ ਕਿਉਂ ਦਊਗੇ? ਦੇਣਗੇ? ਬਿਲਕੁਲ ਜੀ ਠੀਕ ਹੈ। ਬਿਲਕੁਲ। ਹੂੰ ਇਸ ਕਰਕੇ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਸ ਨਵੀਂ ਸਿਆਸੀ ਪਾਰਟੀ ਦਾ ਪੰਜਾਬ ਵਿੱਚ ਕੋਈ ਭਵਿੱਖ ਨਹੀਂ, ਹੂੰ ਔਰ ਹੋ ਸਕਦਾ ਹੈ ਕਿ ਜੋ ਇਹ ਸਮਝ ਰਹੇ ਨੇ ਉਸ ਤੋਂ ਵੀ ਮਤਲਬ ਹੂੰ ਬਹੁਤ ਹੇਠਾਂ ਤੱਕ ਹੂੰ ਇਹਨਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਊ। ਜੀ। ਸੋ ਇਹ ਤਾਂ ਹੁਣ ਕਿੱਥੇ ਤੱਕ ਸਾਬਿਤ ਹੁੰਦਾ ਹੈ, ਇਹ ਆਉਣ ਵਾਲਾ ਵਕਤ ਸਾਨੂੰ ਜੀ। ਦੱਸੇਗਾ। ਇਹਦੇ ਨਾਲ ਹੀ ਹੁਣ ਗੱਲ ਕਰਦੇ ਹਾਂ ਅਸੀਂ ਇੱਕ ਹਾਲ ਦੀ ਘੜੀ ਦੇ ਵਿੱਚ ਹੀ ਪਾਰਲੀਮੈਂਟ ਤੇ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਹੋਈਆਂ ਨੇ, ਜਿਹੜੀਆਂ ਕਿ ਹਿਮਾਚਲ ਪ੍ਰਦੇਸ਼, ਰਾਜਸਥਾਨ ਦੇ ਵਿੱਚ ਹੋਈਆਂ। ਸੋ ਉਹਦੇ ਵਿੱਚ ਭਾਜਪਾ ਨੇ ਕੀ ਹਾਸਲ ਕੀਤਾ ਤੇ ਕੀ ਗਵਾਇਆ? ਆਪਣੇ ਸ਼ੀਤਲ ਜੀ, ਹਿੰਦੁਸਤਾਨ ਦੀਆਂ 14 ਸਟੇਟਾਂ ਦੇ ਵਿੱਚ, ਯਾਨੀ 14 ਸੂਬਿਆਂ ਦੇ ਵਿੱਚ 29 ਅਸੈਂਬਲੀ ਹੂੰ ਦੀਆਂ ਸੀਟਾਂ ਔਰ 3 ਪਾਰਲੀਮਾਨੀ ਸੀਟਾਂ ਤੇ ਚੋਣ ਹੋਈ ਹੈ। ਜੀ ਉੱਤਰ ਤੋਂ ਲੈ ਕੇ ਦੱਖਣ ਤੱਕ ਭਾਜਪਾ ਨੂੰ ਬੜੇ ਝਟਕੇ ਲੱਗੇ ਨੇ। ਜੀ। ਬਹੁਤ ਸਾਰੇ ਲੋਕਾਂ ਨੂੰ ਹੁਣ ਐਂ ਲੱਗਣ ਲੱਗਾ ਕਿ ਭਾਜਪਾ ਤਾਂ ਗਈ, ਹੂੰ ਮਤਲਬ ਮੋਦੀ ਜੀ ਵਾਸਤੇ ਬਹੁਤ ਮਾੜਾ ਟਾਈਮ ਆ ਗਿਆ, ਹੂੰ ਆਹ ਹੋ ਗਿਆ, ਉਹ ਹੋ ਗਿਆ। ਜੀ। ਹੁੰਦਾ ਫਿਰ ਜਿੱਤ ਕਾਂਗਰਸ ਨੇ ਜਿਹੜੀ ਆ ਹਿਮਾਚਲ ਪ੍ਰਦੇਸ਼ ਕੀਤੀ, ਅਸਮ ਦੇ ਵਿੱਚ ਭਾਜਪਾ ਨੇ ਹੁੰਜਾ ਫਿਰ ਜਿੱਤ ਹਾਸਲ ਕੀਤੀ ਹੈ। ਹੂੰ ਮੱਧ ਪ੍ਰਦੇਸ਼ ਦੇ ਵਿੱਚ 2 ਸੀਟਾਂ ਭਾਜਪਾ ਲੈ ਕੇ ਗਈ ਹੈ, ਹੂੰ 1 ਸੀਟ ਕਾਂਗਰਸ ਦੇ ਹਿੱਸੇ ਆਈ ਹੈ। ਜੀ। ਅਸਮ ਦੇ ਵਿੱਚ ਤੁਹਾਨੂੰ ਪਤਾ ਭਾਜਪਾ ਨੇ ਹੁੰਜਾ ਫੇਰਿਆ, ਹੂੰ ਔਰ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਹਰਿਆਣੇ ਦੇ ਵਿੱਚ ਆਈਐਨਐਲਡੀ, ਇੰਡੀਅਨ ਨੈਸ਼ਨਲ ਲੋਕ ਦਲ ਦੇ ਅਭੈ ਸਿੰਘ ਚੌਟਾਲਾ ਚੋਣ ਜਿੱਤੇ ਨੇ। ਤੋਂ ਇਹ ਤਾਂ ਸਾਰਾ ਸਿਨੈਰੀਓ ਹੈ, ਔਰ ਇਹਦੇ ਵਿੱਚ ਇਹ ਹੈ ਵੀ ਮਹਾਰਾਸ਼ਟਰ ਦੇ ਵਿੱਚ 1 ਸੀਟ ਜਿਹੜੀ ਆ ਕਾਂਗਰਸ ਨੂੰ ਮਿਲੀ ਹੈ। ਹੂੰ ਸ਼ਿਵ ਸੈਨਾ ਨੇ ਆਪਣਾ ਘੇਰਾ ਵਧਾਇਆ ਔਰ ਉਹਨਾਂ ਨੇ ਦਾਦਰਾ ਨਗਰ ਹਵੇਲੀ ਵਿੱਚ 1 ਸੀਟ ਮਤਲਬ ਜਿੱਤੀ ਹੈ, ਹੂੰ ਮੈਂਬਰ ਪਾਰਲੀਮੈਂਟ ਉਹਨਾਂ ਦਾ ਜੀ। ਬਣਿਆ ਉੱਥੋਂ। ਤੋਂ ਇਹ ਤਾਂ ਸਾਰਾ ਸਿਨੈਰੀਓ ਹੈ। ਹੂੰ ਪਰ ਹੁਣ ਇਹ ਹੈ ਕਿ ਭਾਜਪਾ ਨੂੰ ਬਹੁਤ ਥਾਵਾਂ ਦੇ ਉੱਤੇ ਨਮੋਸ਼ੀ ਦਾ ਸਾਹਮਣਾ ਕਰਨਾ ਕਰਨਾ ਪਿਆ। ਪਿਆ।
ਤੇ ਲੋਕ ਇਹ ਪਛੀਨਗੋਈ ਕਰਦੇ ਆ ਕਿ ਭਾਜਪਾ ਵਾਸਤੇ ਬੜਾ ਮਾੜਾ ਵਕਤ ਆ ਗਿਆ। ਹੂੰ ਦੇਖੋ, ਭਾਜਪਾ ਵਾਸਤੇ ਮਾੜਾ ਵਕਤ ਆਂਕਣ ਵਾਸਤੇ ਹੂੰ ਸਿਰਫ ਇਹੀ ਘਟਨਾਕ੍ਰਮ ਨੇ ਜਿਹੜੇ ਕਾਫੀ ਨਹੀਂ ਹਨ। ਹੂੰ ਉਹਦਾ ਕਾਰਨ ਹੈ ਕਿ ਤੁਹਾਨੂੰ ਜੇ ਤੁਸੀਂ ਨਜ਼ਰ ਮਾਰੋ ਹਿੰਦੁਸਤਾਨ ਦੇ ਸਿਆਸੀ ਦ੍ਰਿਸ਼ ਤੇ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਸਿਆਸੀ ਪਾਰਟੀ ਹੈ ਜਿਹੜੀ ਭਾਜਪਾ ਦਾ ਬਦਲ ਹੈ? ਹੂੰ ਕਾਂਗਰਸ ਭਾਜਪਾ ਦਾ ਬਦਲ ਨਹੀਂ ਹੋ ਸਕਦੀ। ਜੀ ਠੀਕ ਉਹਦਾ ਕਾਰਨ ਕਿਉਂਕਿ ਕਾਂਗਰਸ ਹੈ ਜਿਹੜੀ ਉਹ ਸਿਰਫ ਇੱਕ ਪਰਿਵਾਰ ਦੇ 3 ਮੈਂਬਰਾਂ ਤੱਕ ਸੀਮਿਤ ਹੈ। ਸੀਮਿਤ ਹੋ ਗਈ। ਉਹਦੇ ਵਿੱਚ ਬਾਕੀ ਕਿਸੇ ਬੰਦੇ ਦੀ ਹੂੰ ਹਾਂ ਦਾ ਕੋਈ ਮਤਲਬ ਨਹੀਂ। ਹੂੰ ਬਾਕੀਆਂ ਨੂੰ ਉਹ ਚਾਹੁੰਦੇ ਨੇ ਕਿ ਕਠਪੁਤਲੀਆਂ ਬਣੀਆਂ ਰਹਿਣ ਹੂੰ ਤੇ ਇਹਨਾਂ ਨੂੰ ਅਸੀਂ ਹਿਲਾਉਂਦੇ ਰਹੀਏ। ਜੀ ਇਹ 3 ਜਿਹੜੇ ਵਿਅਕਤੀ ਨੇ, ਇਹਨਾਂ ਤਿੰਨਾਂ ਨੇ ਮਤਲਬ ਬੇੜਾ ਗਰਕ ਕੀਤਾ ਹੈ ਪਾਰਟੀ ਦਾ। ਪਾਰਟੀ ਦਾ। ਉੱਤਰ ਪ੍ਰਦੇਸ਼ ਦੇ ਵਿੱਚ ਹੁਣ ਜਿਹੜੀਆਂ ਚੋਣਾਂ ਹੋਈਆਂ ਨੇ 2022 ਚ, ਉੱਥੇ ਪ੍ਰਿਯੰਕਾ ਵਾਡਰਾ ਦਾ ਜਾਦੂ ਚੱਲਦਾ ਹੈ ਕਿ ਨਹੀਂ ਚੱਲਦਾ? ਕਿਉਂਕਿ ਪਹਿਲਾਂ ਤਾਂ ਚੱਲਿਆ ਨਹੀਂ ਸੀ। ਜ਼ੋਰ ਤਾਂ ਬਹੁਤ ਲਾ ਰਹੇ ਨੇ ਉਹ। ਚਲੋ ਪਰਮਾਤਮਾ ਕਰੇ ਵੀ ਜਿਹੜਾ ਵੀ ਬੰਦਾ ਕਿਸੇ ਨਿਸ਼ਾਨੇ ਨੂੰ ਲੈ ਕੇ ਚੱਲਦਾ ਹੈ, ਉਹ ਕੋਈ ਵੀ ਹੈ, ਕਿਸੇ ਵੀ ਪਾਰਟੀ ਨਾਲ ਤਾਲੁਕ ਰੱਖਦਾ, ਉਹਦਾ ਨਿਸ਼ਾਨਾ ਪੂਰਾ ਹੋਵੇ ਜੀ। ਪਰ ਹੁਣ ਇਹ ਹੈ ਕਿ ਕਾਂਗਰਸ 'ਚ ਇੰਨਾ ਜ਼ੋਰ ਨਹੀਂ ਹੈ ਕਿ ਉਹ ਸਾਰੇ ਹਿੰਦੁਸਤਾਨ ਦੇ ਸਾਰੇ ਸੂਬਿਆਂ ਵਿੱਚ ਕੋਈ ਜ਼ਬਰਦਸਤ ਸਿਆਸੀ ਮੁਹਿੰਮ ਚਲਾ ਕੇ ਉਹ ਪਹਿਲਾਂ ਵਾਲਾ ਇਤਿਹਾਸ ਰਚਦੇ ਜਿਹੜਾ ਕਦੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਰਚਿਆ ਸੀ। ਜੀ ਉਹ ਜਿਹਾ ਹੋ ਨਹੀਂ ਸਕਦਾ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਰਚਿਆ ਸੀ। ਲੰਮੇ ਸਮੇਂ ਤੱਕ ਕਾਂਗਰਸ ਹਿੰਦੁਸਤਾਨ ਦੇ ਸਿਆਸੀ ਦ੍ਰਿਸ਼ ਦੇ ਉੱਤੇ ਕਾਬਜ਼ ਰਹੀ ਹੈ ਔਰ ਕਿੰਨੇ ਸਾਲ ਸੱਤਾ ਦਾ ਸੁੱਖ ਭੋਗਿਆ। ਹੁਣ ਭਾਜਪਾ ਪਾਰਟੀ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਜੀ। ਨਰਿੰਦਰ ਮੋਦੀ ਅਗਵਾਈ ਕਰ ਰਹੇ ਨੇ, 2 ਵਾਰੀ ਆਪਣੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਔਰ ਇਹਨਾਂ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਾਏਗਾ। ਜੇ ਨਹੀਂ ਕੀਤਾ ਜਾਏਗਾ ਤਾਂ ਭਾਜਪਾ ਕਿਸੇ ਹੋਰ ਨੂੰ ਕਹਿ ਦੂ ਜੀ ਆਪ ਸਾਡਾ ਪ੍ਰਧਾਨ ਮੰਤਰੀ ਹੋਏਗਾ। ਪਰ ਇੱਥੇ ਕਿਉਂਕਿ ਪਾਰਟੀਆਂ ਹੀ ਇੰਨੀਆਂ ਨੇ ਔਰ ਹਰ ਪਾਰਟੀ ਦਾ ਆਗੂ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਸਮਝੀ ਜਾਂਦਾ। ਮਾਇਆਵਤੀ ਨੂੰ ਜੇ 4 ਸੀਟਾਂ ਆ ਜਾਂਦੀਆਂ ਨੇ ਤਾਂ ਮਾਇਆਵਤੀ ਕਹਿਣ ਲੱਗ ਜਾਂਦੀ ਮੈਂ ਪ੍ਰਧਾਨ ਮੰਤਰੀ ਬਣੂਗੀ। ਉਧਰ ਸ਼ਰਦ ਪਵਾਰ ਜੀ ਨੇ ਉਹ ਕਹੀ ਜਾਂਦੇ ਮੈਂ ਪ੍ਰਧਾਨ ਮੰਤਰੀ ਬਣੂਗਾ। ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਬਹੁਤ ਯੋਗ ਅਗਵਾਈ ਕਰ ਸਕਦੀ ਹੈ ਇਕਜੁੱਟਤਾ ਨਾਲ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਸ਼ਤਰਕਾ ਮਹਾਜ਼ ਦੀ, ਪਰ ਉਹਨੂੰ ਕੋਈ ਦੇਖ ਕੇ ਰਾਜ਼ੀ ਨਹੀਂ। ਇਸ ਕਰਕੇ ਜਿੰਨੀਆਂ ਸਿਆਸੀ ਪਾਰਟੀਆਂ ਨੇ ਉਨੇ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨੇ। ਤੇ ਆ ਜਿਹੜੀਆਂ ਗੱਲਾਂ ਹੋਈਆਂ ਨੇ, ਜਿਹੜਾ ਭਾਜਪਾ ਨੂੰ ਝਟਕਾ ਲੱਗਿਆ, ਇਹ ਝਟਕਾ ਵਕਤੀ ਹੈ ਔਰ ਇਸ ਝਟਕੇ ਨੂੰ ਇਹ ਪਛੀਨਗੋਈ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਕਿ ਜੀ ਭਾਜਪਾ ਤਾਂ ਗਈ ਬਸ। ਭਾਜਪਾ ਏਡੀ ਛੇਤੀ ਜਾਣ ਵਾਲੀ ਨਹੀਂ ਹੈ। ਉਹਦਾ ਰੀਜ਼ਨ ਇਹ ਹੈ ਕਿ ਭਾਜਪਾ ਦਾ ਜਿਹੜਾ ਸਿਆਸੀ ਕਹਿ ਲਓ ਕਾਰਜ ਹੈ ਨਾ, ਉਹ ਇੱਕ ਬਿੰਦੂ ਤੇ ਖੜਾ ਹੈ ਤੇ ਉਹ ਬਿੰਦੂ ਕੀ ਹੈ? ਉਹ ਬਿੰਦੂ ਹੈ ਧਰਮ ਦਾ। ਜੀ ਸਾਰਿਆਂ ਨੂੰ ਤੁਸੀਂ ਧਰਮ ਦੇ ਨਾਮ ਤੇ ਇੱਕ ਪਾਠ ਪੜਾਉਣ ਲੱਗ ਜਾਓ ਕਿ ਦੇਖੋ ਤੁਹਾਡਾ ਧਾਰਮਿਕ ਵਿਰਸਾ ਇੰਨਾ ਮਹਾਨ ਹੈ, ਬੁਲੰਦ ਹੈ ਔਰ ਇਹ ਪਹਿਲੀ ਵਾਰੀ ਹੈ ਦੇਸ਼ ਵਿੱਚ ਜਦੋਂ ਉਸ ਵਿਰਸੇ ਦੀ ਅਜ਼ਮਤ ਨੂੰ ਸੰਭਾਲਣ ਲਈ, ਉਹਦੇ ਜਾਹੋ ਜਲਾਲ ਨੂੰ ਕਾਇਮ ਕਰਨ ਵਾਸਤੇ ਦੇਸ਼ ਨੂੰ ਪਰਮਾਤਮਾ ਨੇ ਮੋਦੀ ਜੀ ਵਰਗੇ ਪ੍ਰਧਾਨ ਮੰਤਰੀ ਦਿੱਤੇ ਨੇ। ਤਾਂ ਇਹ ਫਲਸਫਾ ਜਿਹੜਾ ਪ੍ਰਚਾਰਿਆ ਗਿਆ ਹੈ, ਇਹਦਾ ਅਸਰ ਇੰਨਾ ਡੂੰਘਾ ਹੈ ਕਿ ਇਹਦੇ ਚੋਂ ਲੋਕ ਉੱਭਰ ਨਹੀਂ ਸਕਦੇ। ਔਰ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ, ਪੈਟਰੋਲ ਡੀਜ਼ਲ ਭਾਵੇਂ 500 ਰੁਪਏ ਲੀਟਰ ਹੋ ਜਾਏ, ਬਿਲਕੁਲ ਜਿਨ੍ਹਾਂ ਨੇ ਪਾਣੀ ਹੈ ਉਹਨਾਂ ਨੇ ਤਾਂ ਪਾਣੀ ਹੈ। ਉਹ ਜਿਹੜਾ ਇਹਨਾਂ ਨੇ ਸਥਾਪਿਤ ਆਪਣਾ ਵੋਟ ਬੈਂਕ ਕ੍ਰੀਏਟ ਕਰ ਲਿਆ ਨਾ, ਸਿਰਫ 6-7 ਸਾਲਾਂ ਦੇ ਵਿੱਚ ਜਿਵੇਂ ਇਹਨਾਂ ਨੇ ਦੇਸ਼ ਦੀ ਸਿਆਸੀ ਆਬੋ ਹਵਾ ਬਦਲੀ ਹੈ, ਉਸ ਤੋਂ ਇਹ ਲੱਗਦਾ ਕਿ ਮੋਦੀ ਵਰਗੇ ਥੰਮ ਨੂੰ ਹਿਲਾਉਣਾ ਕਿਸੇ ਐਰੇ ਗੈਰੇ ਦਾ ਕੰਮ ਨਹੀਂ ਹੈ। ਸੋ ਇੱਥੇ ਹੀ ਪ੍ਰਭਾਵ ਦੇ ਉੱਤੇ ਇੱਕ ਮੈਨੂੰ ਗੱਲ ਇਹ ਵੀ ਚੇਤੇ ਆ ਰਹੀ ਹੈ ਕਿ ਗੋਆ ਦੇ ਵਿੱਚ ਇੱਕ ਸੱਜਣ ਨੇ ਥੋੜੇ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਭਾਜਪਾ ਨੂੰ ਜਾਂ ਫਿਰ ਨਰਿੰਦਰ ਮੋਦੀ ਨੂੰ ਸਮਝਣਾ ਸੌਖਾ ਨਹੀਂ ਹੈ, ਬੜਾ ਹੀ ਔਖਾ ਹੈ ਔਰ ਬੜੀ ਹੀ ਪੇਚੀਦਗੀ ਦੇ ਨਾਲ ਉਹ ਆਪਣੀ ਜਿਹੜੀ ਰਾਜਨੀਤੀ ਕਰਦੇ ਨੇ ਤੇ 40 ਸਾਲ ਤੱਕ ਜਿਹੜੀ ਭਾਜਪਾ ਹੈ ਉਹ ਜਾ ਨਹੀਂ ਸਕਦੀ। ਦੇਖੋ ਮੋਦੀ ਜੀ ਨੇ ਜਿਹੜੇ ਉਹ ਹਰ ਇੱਕ ਮਤਲਬ ਮਹਾਜ਼ ਦੇ ਉੱਪਰ, ਉਹ ਭਾਵੇਂ ਪਰਿਵਾਰਕ ਹੋਵੇ, ਸਮਾਜਿਕ ਹੋਵੇ, ਨੈਤਿਕ ਹੋਵੇ, ਰਾਜਨੀਤਿਕ ਹੋਵੇ, ਕੋਈ ਵੀ ਹੋਵੇ, ਜਦੋਂ ਤੁਸੀਂ ਘੇਰੇ 'ਚ ਸ਼ਾਮਿਲ ਹੁੰਦੇ ਹੋ ਪਰਿਵਾਰ 'ਚੋਂ, ਪਰਿਵਾਰ ਦੇ ਵਿੱਚ ਉਹੀ ਵਿਅਕਤੀ ਕਾਮਯਾਬ ਹੁੰਦਾ ਹੈ ਜਿਹਨੂੰ ਥੋੜਾ ਜਿਹਾ ਨਾਟਕ ਕਰਨਾ ਆਉਂਦਾ ਹੋਵੇ ਜੀ। ਜਿਹੜਾ ਭਰਡ ਭਾਂਡਾ ਹੋਵੇ ਨਾ, ਮਤਲਬ ਗੁੱਸੇ ਜਾ ਕੇ ਗਾਲਾਂ ਕੱਢਣ ਲੱਗ ਜੇ, ਹਨਾ, ਜਲਦੀ ਚੀਕਾਂ ਮਾਰਨ ਲੱਗ ਜੇ, ਮਤਲਬ ਜਿਹੜਾ ਆਪਣੇ ਜਜ਼ਬਾਤ ਦਾ ਫੌਰੀ ਤੌਰ ਤੇ ਇਜ਼ਹਾਰ ਕਰੀ ਜਾਵੇ ਨਾ, ਉਹ ਕਦੇ ਨਹੀਂ, ਜਿਹੜਾ ਕੰਟਰੋਲ ਹੀ ਨਹੀਂ ਕਰ ਸਕਦਾ ਆਪਣੇ ਜਜ਼ਬਾਤ। ਅਕਲਮੰਦ ਉਹ ਹੁੰਦਾ ਕਿ ਜੇ ਮਾਮੇ ਕੋਲੇ ਬੈਠਾ ਤਾਂ ਮਾਮੇ ਦੀਆਂ ਸੁਣਨੀਆਂ ਤਾਂ ਮਾਮੇ ਨਾਲ ਹੈ, ਜੇ ਫੁੱਫੜ ਕੋਲੇ ਬਹਿ ਗਿਆ ਤਾਂ ਫੁੱਫੜ ਨਾਲ ਹੈ, ਠੀਕ ਹੈ। ਇਸ ਤਰ੍ਹਾਂ ਹੁੰਦਾ। ਜਿਹੜੇ ਮੋਦੀ ਜੀ ਨੇ, ਉਹਨਾਂ ਨੂੰ
ਉਹਨਾਂ ਨੇ ਇੱਕ ਪਾਸੇ ਤਾਂ ਸਾਰੀ ਦੁਨੀਆ ਨੂੰ ਤੇ ਮੁਲਕ ਦੇ ਲੋਕਾਂ ਨੂੰ ਯਕੀਨ ਦਿਵਾਤਾ ਕਿ ਮੈਂ ਹੂੰ ਬਾਕੀ ਸਾਰੀਆਂ ਗੱਲਾਂ ਤੋਂ ਉੱਤੇ ਆ, ਹੂੰ ਮੇਰੇ ਮਨ 'ਚ ਕੋਈ ਹਿੰਦੂ ਸਿੱਖ ਜਾਂ ਕੋਈ ਧਰਮ ਅਧਰਮ ਦੀ ਕੋਈ ਗੱਲ ਨਹੀਂ। ਗੱਲ ਨਹੀਂ। ਔਰ ਦੁਨੀਆ ਨੂੰ ਉਹਨਾਂ ਨੇ ਇਹ ਅਹਿਸਾਸ ਕਰਾਤਾ ਕਿ ਵੀ ਆਪਾਂ ਦੁਨੀਆ ਦੇ ਵਿੱਚੋਂ ਗੁਰਬਤ ਖਤਮ ਕਰਨੀ ਹੈ। ਜੀ। ਜਲਵਾਯੂ 'ਚ ਜਿਹੜਾ ਪਰਿਵਰਤਨ ਹੋ ਰਿਹਾ ਹੈ, ਹੂੰ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਕਰਕੇ ਹੂੰ ਵੱਧ ਰਿਹਾ ਤਾਪਮਾਨ, ਜੀ। ਇਹਦੇ ਤੋਂ ਆਪਾਂ ਨੂੰ ਮੁਕਤੀ ਹਾਸਲ ਕਰਨ ਵਾਸਤੇ ਵੀ ਹੂੰ ਯਤਨਸ਼ੀਲ ਹੋਣਾ ਪੈਣਾ ਹੈ। ਔਰ ਜਿੱਥੇ ਉਹ ਫਿਰ ਸ਼ਾਂਤੀ ਦੀ ਵੀ ਗੱਲ ਕਰਦੇ ਨੇ, ਔਰ ਇਹ ਵੀ ਕਹਿ ਦਿੰਦੇ ਨੇ ਕਿ ਵੀ ਜੇ ਕੋਈ ਜੰਗ ਕਰਨੀ ਚਾਹੁੰਦਾ ਤਾਂ ਫਿਰ 56 ਇੰਚ ਦੀ ਛਾਤੀ ਅਸੀਂ ਵੇਖ ਲਾਂਗੇ, ਹਨਾ। ਤੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ 'ਚ ਉਹ ਮਾਹਿਰ ਨੇ। ਮਾਹਿਰ ਨੇ। ਹੁਣ ਇਹ ਹੈ ਕਿ ਬਾਕੀ ਜਿਹੜੇ ਆਗੂ ਨੇ, ਉਹਨਾਂ ਦਾ ਇੰਨਾ ਪ੍ਰਭਾਵ ਨਾ ਤਾਂ ਪਹਿਲਾਂ ਕਦੇ ਸੀ ਤੇ ਨਾ ਹੁਣ ਪਾਉਣ 'ਚ ਕਾਮਯਾਬ ਹੋਣਗੇ। ਜੀ। ਉਹ ਸਿਰਫ ਕੁਝ ਕੁ ਖੇਤਰਾਂ ਤੱਕ ਸੀਮਿਤ ਨੇ। ਹੂੰ ਪਰ ਮੋਦੀ ਜੀ ਨੇ ਇਹਨਾਂ 7 ਸਾਲਾਂ ਦੇ ਵਿੱਚ ਹੂੰ ਦੁਨੀਆ ਨੂੰ ਤੇ ਦੇਸ਼ ਦੇ ਲੋਕਾਂ ਨੂੰ ਹੂੰ ਇਹ ਪਤਾ ਨਹੀਂ ਕਿਵੇਂ ਯਕੀਨ ਦਿਵਾਤਾ ਹੈ, ਕਿਵੇਂ ਮੰਤਰਮੁਗਧ ਕੀਤਾ ਹੈ, ਕੀ ਝੁਰਲੂਗਾ ਉਹਨਾਂ ਕੋਲੇ, ਹਨਾ, ਕਿ ਜਿਹਦੇ ਮੋਦੀ ਵਿੱਚ ਸਾਰੇ ਮੋਦੀ ਆ ਗਏ ਨੇ। ਮੋਦੀ 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 ਜੀ ਨਹੀਂ। ਬਿਲਕੁਲ। ਉਹ ਭਾਵੇਂ ਉਹਨਾਂ ਦੀ ਆਲੋਚਨਾ ਹੋ ਰਹੀ ਹੈ ਜਾਂ ਕੋਈ ਹੂੰ। ਤਾਰੀਫ ਹੋ ਰਹੀ ਹੈ, ਹੂੰ। ਲੇਕਿਨ ਬਹੁਤ ਵੱਡਾ ਵਰਗ ਐਸਾ ਹੈ ਜਿਹੜਾ ਹੂੰ। ਉਹਨਾਂ ਦੀ ਆਲੋਚਨਾ ਬਰਦਾਸ਼ਤ ਨਹੀਂ ਕਰਦਾ। ਨਹੀਂ ਕਰਦਾ। ਕਈ ਵਾਰੀ ਕੀ ਹੁੰਦਾ ਸਰ, ਮੈਂ ਕਈ ਵਾਰ ਨੋਟ ਕੀਤਾ ਹੈ ਕਿ ਬੰਦੇ ਦੇ ਵਿੱਚ ਕੋਈ ਗੱਲ ਹੁੰਦੀ ਨਹੀਂ ਹੈ, ਪਰ ਉਹਦੀ ਪਰਸਨੈਲਿਟੀ ਜਾਂ ਉਹਦਾ ਬੋਲਚਾਲ ਦਾ ਤਰੀਕਾ, ਢੰਗ ਏਦਾਂ ਦਾ ਹੁੰਦਾ ਹੈ ਕਿ ਜਿਹੜਾ ਵੀ ਉਹਨੂੰ ਸੁਣਦਾ ਉਹਦੇ ਵਿੱਚ ਮੰਤਰਮੁਗਧ ਹੋ ਜਾਂਦਾ ਹੈ। ਹੋ ਸਕਦਾ ਕੋਈ ਇਹੋ ਜਿਹੀ ਵੀ ਗੱਲਬਾਤ ਹੋ। ਉਹਦਾ ਕਾਰਨ ਕੀ ਹੈ? ਕਦੇ ਸੋਚਿਆ ਕਾਰਨ ਕੀ ਹੈ? ਹੂੰ ਦੇਖੋ, ਕਾਰਨ ਇਹ ਹੈ ਕਿ ਦੇਸ਼ ਦੇ ਵਿੱਚ ਨਾ ਬਹੁ ਗਿਣਤੀ ਕਿਹੜੇ ਲੋਕਾਂ ਦੀ ਹੈ? ਹੂੰ ਅਨਪੜ੍ਹ ਤੇ ਅੰਧ ਵਿਸ਼ਵਾਸੀਆਂ ਦੀ। ਹੂੰ ਤੇ ਅਨਪੜ੍ਹ ਬੰਦੇ ਨੂੰ ਜੇ ਮੈਂ ਹੁਣ ਇਹ ਕਹੀ ਜਾਵਾਂ ਵੀ ਸਿਗਮੰਡ ਫਰਾਇਡ ਨੇ ਇਹ ਕਿਹਾ ਸੀ, ਸੋਕਰੇਟਿਸ ਨੇ ਇਹ ਕਿਹਾ, ਉਹਨੂੰ ਕੀ ਸਮਝ ਆਉਂਦੀ ਹੈ? ਬਿਲਕੁਲ ਬਿਲਕੁਲ। ਜੇ ਮੈਂ ਉਹਨੂੰ ਇਹ ਦੱਸੀ ਜਾਵਾਂ ਇਤਿਹਾਸ ਦੇ ਵਿੱਚ ਵੀ ਮਹਾਰਾਣਾ ਜਿਹੜਾ ਸਾਂਗਾ ਸੀਗਾ, ਉਹਦਾ ਜਨਮ ਇੱਥੇ ਹੋਇਆ, ਸ਼ਿਵਾਜੀ ਨੇ ਫਲਾਨੀ ਜੰਗ ਉੱਥੇ ਲੜੀ, ਉਹਨੇ ਕਿਹੜਾ ਇਤਿਹਾਸ ਪੜ੍ਹਿਆ? ਬਿਲਕੁਲ। ਉਹਨੇ ਜਾ ਕੇ ਚੈੱਕ ਵੀ ਨਹੀਂ ਕਰਨਾ। ਕੁਝ ਚੈੱਕ ਨਹੀਂ ਕਰਨਾ। ਭਾਵੇਂ ਮੈਂ ਕੋਲੋਂ ਹੀ ਇਤਿਹਾਸ ਬਣਾਈ ਜਾਵਾਂ, ਬਣਾਈ ਜਾਓ। ਠੀਕ ਹੈ, ਉਹ ਸਭ ਸੁਣੀ ਜਾਣਗੇ। ਔਰ ਜਿਹੜਾ ਬੰਦਾ ਬਹੁਤ ਜ਼ਿਆਦਾ ਸਿਆਸੀ ਤੌਰ ਤੇ ਅਕਲਮੰਦ ਹੁੰਦਾ ਹੈ, ਉਹ ਫਿਰ ਐਸਾ ਇਤਿਹਾਸ ਬਣਾ ਕੇ ਸੁਣਾਉਂਦਾ ਹੈ ਜਿਹਦੇ ਨਾਲ ਉਹਨੂੰ ਫਾਇਦਾ ਹੁੰਦਾ ਹੈ ਤੇ ਅਗਲੇ ਦੇ ਉੱਤੇ ਪੂਰਾ ਅਸਰ ਹੋਣਾ ਸ਼ੁਰੂ ਹੋ ਜਾਂਦਾ। ਉਹ ਜਿੱਥੇ ਵੀ ਜਾਂਦਾ ਉੱਥੋਂ ਦਾ ਖੁਦ ਇਤਿਹਾਸ ਕੱਢ ਲੈਂਦਾ। ਬਿਲਕੁਲ। ਉੱਥੇ ਉੱਥੇ ਲੋਕਾਂ ਨੂੰ ਉਸ ਇਤਿਹਾਸ ਨਾਲ ਜੋੜ ਕੇ ਇੰਨੇ ਮਹਾਨ ਹੋਣ ਦਾ ਭਰਮ ਪਾਲ ਦਿੰਦਾ ਉਹਨਾਂ ਦੇ ਅੰਦਰ ਕਿ ਸੋ ਜਿੱਥੇ ਵੀ ਜਾਣਾ ਹੁੰਦਾ ਨਾ, ਉੱਥੇ ਦੀਆਂ ਕੁਝ ਗੱਲਾਂ ਲੱਭ ਲਈਆਂ ਜਾਂਦੀਆਂ ਨੇ ਤੇ ਕੁਝ ਬਣਾ ਲਈਆਂ ਕੁਝ ਜਾਂਦੀਆਂ। ਜੋੜ ਲਈ ਜਾਂਦੀ। ਤਾਂ ਇਹ ਗੱਲ ਹੈ। ਤੇ ਇਸ ਜੁਗਲਬੰਦੀ 'ਚ ਜੁਗਲਬੰਦੀ ਕਾਦੀ ਸਿਆਸਤ ਦੀ ਤੇ ਸੂਝ-ਬੂਝ ਦੀ, ਜੀ, ਦੋ ਚੀਜ਼ਾਂ ਦੇ ਵਿੱਚ ਮੋਦੀ ਜੀ ਬਹੁਤ ਮਾਹਿਰ ਨੇ। ਔਰ ਮੋਦੀ ਜੀ ਨੂੰ ਸਿਆਸੀ ਮੰਚ ਦੇ ਉੱਤੇ ਸ਼ਿਕਸਤ ਦੇਣੀ ਬਹੁਤ ਔਖੀ ਹੈ। ਬਿਲਕੁਲ ਬਿਲਕੁਲ। ਆ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਨੇ, ਇਹਨਾਂ ਤੋਂ ਜੇ ਕੋਈ ਬੰਦਾ ਇਹ ਸਮਝ ਰਿਹਾ ਹੈ ਕਿ ਭਾਜਪਾ 2024 ਦੀਆਂ ਪਾਰਲੀਮਾਨੀ ਚੋਣਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਖਾਵੇਗੀ, ਇਹ ਅਸੰਭਵ ਹੈ। ਸੋ ਇਹਦੇ ਨਾਲ ਹੀ ਨਾਲ ਹੁਣ ਸਰ ਪਤਾ ਹੈ ਕਿ ਕੱਲ ਬਹੁਤ ਵੱਡਾ ਤਿਉਹਾਰ ਹੈ, ਦੀਵਾਲੀ ਦਾ ਤਿਉਹਾਰ, ਜਿਹੜਾ ਕਿ ਬਦੀ ਦੇ ਉੱਤੇ ਇੱਕ ਅੱਛਾਈ ਦਾ ਪ੍ਰਤੀਕ ਹੈ। ਸੋ ਇਹਦੇ ਵਿੱਚ ਇੱਕ ਖਾਸ ਗੱਲ ਇਹ ਵੀ ਹੁੰਦੀ ਹੈ, ਇਹ 3-4 ਦਿਨਾਂ ਤੱਕ ਤਿਉਹਾਰ ਚੱਲਦਾ ਤੇ ਲੋਕ ਕਾਫੀ ਇਹਨੂੰ ਵਧੀਆ ਸ਼ਾਨ ਨਾਲ, ਬੜੀ ਹੀ ਹੱਲਾਸ਼ੇਰੀ ਦੇ ਨਾਲ ਮਨਾਉਂਦੇ ਨੇ। 3-4 ਦਿਨ ਤੱਕ ਇਹ ਤਿਉਹਾਰ ਚੱਲਦਾ ਹੈ। ਸੋ ਜਾਂਦੇ ਜਾਂਦੇ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਇਹਦੀ ਮੁਬਾਰਕਬਾਦ ਵੀ ਦੇ ਜਾਂਦੇ ਹਾਂ ਤੇ ਇਹਦੇ ਬਾਰੇ ਗੱਲਬਾਤ ਵੀ ਕਰਕੇ ਜਾਂਦੇ ਹਾਂ। ਦੇਖੋ, ਦੀਵਾਲੀ ਦਾ ਇਹ ਤਿਉਹਾਰ ਹੁਣ ਜਦੋਂ ਆਇਆ, ਖੁਸ਼ੀ ਸਭ ਤੋਂ ਵੱਡੀ ਕਿਸ ਗੱਲ ਦੀ ਹੈ ਕਿ ਪਹਿਲਾਂ ਤੁਸੀਂ ਦੇਖੋ ਵੀ ਕੋਵਿਡ ਕਰਕੇ ਆਪਾਂ ਘਰਾਂ 'ਚ ਬੰਦ ਹੋ ਗਏ ਸੀ। ਬਿਲਕੁਲ। ਬੰਦਾ ਨਹੀਂ ਦਿਸਦਾ ਸੀ। ਮੈਨੂੰ ਦਿੱਲੀ ਜਾਣਾ ਪੈ ਗਿਆ ਤੇ ਜਲੰਧਰ ਤੋਂ ਦਿੱਲੀ ਤੱਕ ਮੇਰੇ ਕੋਲੇ ਸਰਕਾਰੀ ਪ੍ਰਵਾਨਗੀ ਸੀ, ਕਿਸੇ ਕੰਮ ਜਾਣਾ ਸੀ। ਸ਼ੀਤਲ ਜੀ, ਸਾਰੀ ਸੜਕ ਦੇ ਉੱਤੇ ਸਵਾਏ ਨਾਕਿਆਂ ਤੋਂ ਕੁਝ ਨਹੀਂ ਸੀ। ਇੰਨੀ ਮਤਲਬ ਵੀਰਾਨੀ ਸੀ। ਉਦੋਂ ਐਂ ਲੱਗਦਾ ਸੀਗਾ ਕਿ ਜ਼ਿੰਦਗੀ ਗੁਆਚ ਕਿੱਥੇ ਗਈ, ਹੌਲ ਪੈਂਦੇ ਸੀ। ਅਸੀਂ ਕਿੰਨੀ ਦੇਰ ਤੱਕ ਬੰਦ ਰਹੇ। ਫਿਰ ਇੱਕ ਸਮਾਂ ਆ ਗਿਆ ਕਿ ਤੁਸੀਂ ਦੂਰੀ ਰੱਖੋ, ਤੁਸੀਂ ਚਿਹਰੇ ਦੇ ਉੱਤੇ ਉਹ ਮਾਸਕ ਲਗਾ ਕੇ ਰੱਖੋ, ਔਰ ਹੱਥ ਧੋ ਬਾਰ-ਬਾਰ, ਕੰਮ ਵਾਲੀਆਂ ਹਟਾਤੀਆਂ, ਅਖਬਾਰ ਲੈਣਾ ਬੰਦ ਕਰਤਾ। ਇੱਕ ਐਸਾ ਸਹਿਮ ਪੈਦਾ ਹੋ ਗਿਆ ਕਿ ਜੀਵਨ ਦੇ तमाम ਅਰਥ ਹੀ ਬਦਲ ਗਏ। ਬਿਲਕੁਲ। ਵਾਤਾਵਰਣ ਤਾਂ ਸ਼ੁੱਧ ਹੋ ਗਿਆ, ਜਲੰਧਰੋਂ ਪਹਾੜ ਦਿਸਣ ਲੱਗ ਗਏ। ਪਰ ਗੱਲ ਇਹ ਹੈ ਕਿ ਆਦਮੀ ਨੇ ਜੋ ਜੀਵਨ ਦੀ ਹਕੀਕਤ ਸੀ ਉਹਨੂੰ ਨਹੀਂ ਦੇਖਿਆ ਔਰ ਕੋਈ ਸਬਕ ਨਹੀਂ ਲਿਆ। ਸਬਕ ਲੈਣਾ ਵੀ ਨਹੀਂ ਹੁੰਦਾ। ਉਹ ਹੁੰਦਾ ਵੀ ਚੱਲ ਠੀਕ ਹੈ, ਆਇਆ ਸੀ ਆਪਣਾ ਕੀ, ਅਸੀਂ ਟਾਈਮ ਕੱਢ ਲਿਆ ਟਾਈਮ। ਲੇਕਿਨ ਜਿਹੜੇ ਅਕਲਮੰਦ ਸਿਆਣੇ ਲੋਕ ਨੇ, ਉਹ ਇਸ ਨੂੰ ਬਹੁਤ ਵੱਡਾ ਪਰਮਾਤਮਾ ਦਾ ਕਹਿ ਲੋ
ਇੱਕ ਤਰ੍ਹਾਂ ਨਾਲ ਵਰਦਾਨ ਕਹਿਰ। ਸਮਝਦੇ ਨੇ ਹੂੰ ਕਿ ਆਹ ਮੌਕਾ ਤਾਂ ਨਸੀਬ ਹੋਇਆ ਹੂੰ ਕਿ ਅਸੀਂ ਦੀਵਾਲੀ ਮਨਾ ਸਕਾਂਗੇ, ਬਣਾ ਸਕਾਂਗੇ। ਬਾਜ਼ਾਰਾਂ 'ਚ ਘੁੰਮ ਫਿਰ ਸਕਾਂਗੇ, ਹੂੰ ਬੱਚਿਆਂ ਨੂੰ ਪਟਾਕੇ ਲੈ ਕੇ, ਜਿਸ ਤਰ੍ਹਾਂ ਦੇ ਮਤਲਬ ਬੱਚੇ ਖੁਸ਼ ਹੁੰਦੇ ਨੇ ਲੈ ਕੇ, ਜੀ। ਉਹ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ, ਮਠਿਆਈਆਂ ਆਉਣਗੀਆਂ। ਹੂੰ ਪਰ ਇੱਕ ਹੋਰ ਇਹਦੇ 'ਚ ਸਮੱਸਿਆ ਹੂੰ ਕਿ ਖਾਣ ਪੀਣ ਵਾਲੇ ਜਿਹੜੇ ਤੇਲ ਨੇ, ਹੂੰ ਮੋਦੀ ਜੀ ਦੀ ਕਿਰਪਾ ਨਾਲ ਉਹਨਾਂ ਦੀ ਕੀਮਤ ਇੰਨੀ ਜ਼ਿਆਦਾ ਬਹੁਤ ਕੀਮਤ ਵੱਧ ਵੱਧ ਗਈ ਗਈ ਹੈ ਹੂੰ ਕਿ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਹੂੰ ਆਪਣੇ ਬਨੇਰਿਆਂ ਤੇ ਦੀਵੇ ਬਾਲੂਗਾ। ਜੀ। ਦੀਵਿਆਂ ਵਾਲਾ ਕਲਟ ਤਾਂ ਪਹਿਲਾਂ ਹੀ ਵੈਸੇ ਖਤਮ ਹੋ ਗਿਆ, ਮੋਮਬੱਤੀਆਂ ਨੇ ਲੈ ਲਿਆ, ਉਸ ਤੋਂ ਬਾਅਦ ਚੀਨ ਤੋਂ ਆਈਆਂ ਲੜੀਆਂ ਸ਼ੁਰੂ ਹੋ ਲੜੀਆਂ ਗਈਆਂ। ਸ਼ੁਰੂ ਹੋ ਗਈਆਂ। ਤਾਂ ਹੁਣ ਜਿਹੜੇ ਦੀਵੇ ਨੇ ਉਹ ਸਿਰਫ ਸ਼ਰਧਾਵਾਨ ਹੀ ਜਿਹੜੇ ਗੁਰਦੁਆਰੇ ਹੂੰ ਜਾਣਗੇ ਜਾਂ ਮੰਦਿਰਾਂ 'ਚ ਦੀਵੇ ਬਾਲਦੇ ਨੇ ਤਾਂ ਉਸ ਤਰ੍ਹਾਂ ਹੂੰ ਹੋ ਗਏ। ਪਰ ਆਪਣੇ ਬਨੇਰਿਆਂ ਦੇ ਉੱਪਰ ਤੁਸੀਂ ਸ਼ਹਿਰ ਦਾ ਚੱਕਰ ਲਾ ਲਓ, ਕਿਸੇ ਬਨੇਰਿਆਂ ਦੇ ਉੱਤੇ ਤੁਹਾਨੂੰ ਦੀਪ ਦੀਵੇ। ਬਲਦੇ ਨਹੀਂ ਵੇਖਣਗੇ, ਹੂੰ ਤੇ ਕਹਿੰਦੇ ਇਹਨੂੰ ਦੀਪਾਵਲੀ ਹੈ। ਹੂੰ ਤੇ ਹੁਣ ਇਹ ਬਿਜਲਾਵਲੀ ਹੋ ਗਈ ਹੈ ਜੀ ਬਿਲਕੁਲ ਕਿਉਂਕਿ ਬਿਜਲੀ ਨਾਲ ਹੀ ਸਾਰਾ ਕੁਝ ਹੋਣ ਲੱਗ ਚੱਲਦਾ ਪਿਆ। ਹੈ। ਹੂੰ ਅੱਛਾ, ਇਸ ਤਿਉਹਾਰ ਨੇ ਸਾਨੂੰ, ਇਸ ਇਕੱਲੇ ਤਿਉਹਾਰ ਨੇ ਨਹੀਂ, ਹਰ ਤਿਉਹਾਰ ਨੇ ਸਾਨੂੰ ਹਮੇਸ਼ਾ ਇਹ ਸਿਖਾਇਆ ਹੂੰ ਕਿ ਜੀਵਨ ਥੋੜ੍ਹ ਚਿਰ ਹੈ ਹੂੰ ਤੇ ਮੁਹੱਬਤ ਨਾਲ ਰਲ ਮਿਲ ਕੇ। ਰਲ ਮਿਲ ਕੇ ਜੇ ਅਸੀਂ ਹੂੰ ਰਹਾਂਗੇ। ਹੂੰ ਪਰ ਜੇ ਅਸੀਂ ਇਹਨਾਂ ਨੂੰ ਇਵੇਂ ਵੰਡ ਲਾਂਗੇ, ਇਹ ਉਹਨਾਂ ਦਾ ਤਿਉਹਾਰ ਹੈ। ਹੂੰ ਬਹੁਤ ਸਾਰੇ ਲੋਕ ਨਾ ਇਸ ਤਰ੍ਹਾਂ ਦਾ ਉਪਦਰਵ ਖੜਾ ਕਰਦੇ ਆ ਹੂੰ ਕਿ ਜੀ ਰੱਖੜੀ ਤਾਂ ਸਾਡਾ ਤਿਉਹਾਰ ਹੈ ਹੀ ਹੈ ਨਹੀਂਗਾ, ਹੀ ਨੀਗਾ। ਕੋਈ ਕਹਿੰਦਾ ਲੋਹੜੀ ਤਾਂ ਸਾਡਾ ਤਿਉਹਾਰ ਹੈ ਹੀ ਨਹੀਂਗਾ, ਹੂੰ ਹੁਣ ਕਹਿਣਗੇ ਦੀਵਾਲੀ ਸਾਡਾ ਤਿਉਹਾਰ ਨਹੀਂ ਹੈਗਾ। ਹੂੰ ਇੱਕ ਉਹ ਜ਼ਮਾਨਾ ਸੀ ਕਿ ਜਦੋਂ ਦੀਵਾਲੀ ਦਾ ਜਲਾਓ ਵੇਖਣ ਵਾਲਾ ਹੁੰਦਾ ਸੀ, ਹੂੰ ਬਿਲਕੁਲ। ਔਰ ਰੱਖੜੀ ਨੂੰ ਤੁਸੀਂ ਕਿਵੇਂ ਆਪਣੇ ਆਪ ਚੋਂ ਮਨਫੀ ਕਰ ਦਿਓਗੇ। ਹੂੰ ਤੁਸੀਂ ਜਦੋਂ ਤਿਉਹਾਰਾਂ ਨਾਲ ਨੂੰ ਆਧਾਰ ਬਣਾ ਕੇ ਆਪਣੇ ਆਪ ਨੂੰ ਵੰਡਣ ਲੱਗੋਗੇ ਹੂੰ ਤਾਂ ਫਿਰ ਤੁਹਾਡੀ ਆਪਣੀ ਮਾਨਸਿਕਤਾ ਤਰੇੜ ਤਰੇੜ ਹੋ ਜਾਊਗੀ। ਬਿਲਕੁਲ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਤੁਰ ਪਓਗੇ। ਬਿਲਕੁਲ। ਮੁਹੱਬਤ ਨਾਲ ਰਹਿਣ ਦਾ ਸੰਦੇਸ਼ ਹਰ ਧਰਮ ਗ੍ਰੰਥ ਨੇ ਦਿੱਤਾ ਹੈ ਹੂੰ ਤੇ ਕਿਸੇ ਵੀ ਨੇ ਬੰਦੇ ਨੇ ਹੂੰ ਅਜੇ ਤੱਕ ਇਹਨੂੰ ਮੰਨਿਆ ਨਹੀਂ। ਮੰਨਿਆ ਨਹੀਂ। ਹਰ ਬੰਦੇ ਦੇ ਅੰਦਰ ਇਹ ਹੁੰਦਾ ਕਿ ਯਾਰ ਇਹ ਆਹ ਤਿਉਹਾਰ ਐਂ ਕਿਉਂ ਹੈ, ਹੂੰ ਇਹਦੇ ਚ ਉਹ ਆਹ ਐਂ ਚੀਜ਼ ਕਿਉਂ ਕਿਉਂ ਕਰੀ ਹੈ। ਜਾਂਦਾ। ਹੂੰ ਸਾਰੇ ਤਿਉਹਾਰ ਸਭ ਦੇ ਸਾਂਝੇ ਨੇ, ਜੀ। ਸਭ ਨੂੰ ਤਿਉਹਾਰਾਂ ਨੂੰ ਉਨੀ ਪਿਆਰ ਤੇ ਸ਼ਿੱਦਤ ਨਾਲ ਮਨਾਉਣਾ ਚਾਹੀਦਾ ਬਣਾਉਣਾ ਹੈ। ਚਾਹੀਦਾ ਮੈਨੂੰ ਤਾਂ ਜਦੋਂ ਈਦ ਆਵੇ ਉਦੋਂ ਹੀ ਬੜਾ ਚਾਅ ਚੜ੍ਹਦਾ। ਜੀ। ਔਰ ਮੈਂ ਜਦੋਂ ਮਲੇਰਕੋਟਲੇ, ਮੈਂ ਬਹੁਤ ਵਾਰੀ ਮਲੇਰਕੋਟਲੇ ਜਾਂਦਾ ਰਿਹਾ, ਦੂਰਦਰਸ਼ਨ ਡਿਊਟੀ ਲੱਗਦੀ ਹੈ, ਕਿਆ ਨਜ਼ਾਰਾ ਹੁੰਦਾ ਉੱਥੇ। ਹੂੰ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਦੱਸੀਆਂ ਨਹੀਂ ਜਾ ਸਕਦੀਆਂ, ਹੂੰ ਪਰ ਜੋ ਇੰਜੋਇਮੈਂਟ ਹੁੰਦੀ ਆ ਉੱਥੇ, ਔਰ ਜੋ ਉਹ ਔਰਾ ਉਹਨਾਂ ਦੇ ਤਿਉਹਾਰ ਦਾ, ਹੂੰ ਹਨਾ। ਜੀ ਈਦ ਜਿਹੜੀ ਹੈ, ਈਦ ਦਾ ਮਤਲਬ ਹੈ ਖੁਸ਼ੀ, ਜੀ ਤੇ ਖੁਸ਼ੀ ਜਦੋਂ ਵੀ ਹਾਸਲ ਹੋ ਜਾਏ, ਦੀਵਾਲੀ ਨੂੰ ਹਾਸਲ ਹੋ ਜਾਏ ਤਾਂ ਈਦ ਹੈ। ਜੀ ਬਿਲਕੁਲ। ਈਦ ਦਾ ਮਤਲਬ ਹੀ ਖੁਸ਼ੀ ਹੈ, ਹੂੰ ਖੁਸ਼ੀ ਦਾ ਕੋਈ ਸਮਾਗਮ ਹੈ ਉਹ ਈਦ ਹੈ। ਹੂੰ ਤੇ ਜੇ ਤੁਸੀਂ ਇਉਂ ਵੰਡਣ ਲੱਗ ਜਾਓਗੇ ਕਿ ਇਹ ਮੁਸਲਮਾਨਾਂ ਦੀ ਈਦ ਹੈ, ਹੂੰ ਇਹ ਹਿੰਦੂਆਂ ਦੀ ਦੀਵਾਲੀ ਹੈ, ਹੂੰ ਉਹ ਸਿੱਖਾਂ ਦਾ ਬੰਦੀ ਛੋੜ ਹੈ, ਹਾਂ ਤੁਸੀਂ ਇਉਂ ਬਿਲਕੁਲ। ਵੰਡਣ ਲੱਗ ਜਾਓਗੇ ਹੂੰ ਤਾਂ ਫਿਰ ਵੰਡੀਆਂ ਪਹਿਲਾਂ ਥੋੜੀਆਂ ਨੇ। ਪਹਿਲਾਂ ਇਸ ਥੋੜ੍ਹੀਆਂ ਕਰਕੇ ਇਸ ਨੇ। ਤਿਉਹਾਰ ਨੂੰ ਅਸੀਂ ਤਾਂ ਇਹ ਕਾਮਨਾ ਕਰਦੇ ਹਾਂ ਹੂੰ ਕਿ ਤੁਸੀਂ ਇਸ ਤਰ੍ਹਾਂ ਮਨਾਓ ਕਿ ਇਹ ਤੁਹਾਡੇ ਜੀਵਨ ਦੇ ਇਤਿਹਾਸ ਵਿੱਚ ਸਭ ਤੋਂ ਖੂਬਸੂਰਤ ਅਧਿਆਇ ਬਣ ਜਾਏ, ਬਿਲਕੁਲ ਬਿਲਕੁਲ। ਔਰ ਇਹ ਯਾਦ ਜਿਹੜੀ ਹੈ ਇਸ ਤਿਉਹਾਰ ਦੀ ਤਾਂ ਉਮਰ ਤੁਹਾਡੇ ਨਾਲ ਰਹੇ, ਤੁਹਾਡੇ ਔਰ ਨਾਲ ਪਰਮਾਤਮਾ ਤੁਹਾਨੂੰ ਹਰ ਤਰ੍ਹਾਂ ਦੀਆਂ ਖੁਸ਼ੀਆਂ ਹੂੰ, ਖੇੜੇ ਨਸੀਬ ਕਰੇ। ਬਿਲਕੁਲ ਜੀ। ਔਰ ਰਲ ਮਿਲ ਕੇ ਜਦੋਂ ਅਸੀਂ ਸਾਰੇ ਜਾਣੇ ਇੱਕ ਤਿਉਹਾਰ ਨੂੰ ਮਨਾਉਂਦੇ ਆ ਨਾ, ਉਹ ਇੱਕ ਜਿਹੜਾ ਖੁਸ਼ੀ ਦਾ ਪਲ ਹੁੰਦਾ ਹੈ, ਉਹ ਹਮੇਸ਼ਾ ਸਾਡੇ ਜ਼ਿਹਨ ਦੇ ਵਿੱਚ ਇੱਕ ਤਰ੍ਹਾਂ ਵਸ ਕਰ ਜਾਂਦਾ ਹੈ। ਤੇ ਮੈਂ ਇਹ ਵੀ ਕਹੂੰਗੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਨੂੰ ਆਪਣੇ ਸਾਰੇ ਤਿਉਹਾਰਾਂ ਦੀ ਵੱਖੋ ਵੱਖਰੀ ਜਿਹੜੀ ਮਾਨਤਾ ਹੈ ਉਹਦੇ ਬਾਰੇ ਜਾਣਕਾਰੀ ਵੀ ਦੇਣੀ ਚਾਹੀਦੀ ਹੈ, ਜਿਹੜੀ ਕਿ ਹੁਣ ਘਟਦੀ ਵੀ ਜਾ ਰਹੀ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਕਈ ਤਿਉਹਾਰਾਂ ਬਾਰੇ ਪਤਾ ਵੀ ਨਹੀਂ ਹੁੰਦਾ ਬੱਚਿਆਂ ਨੂੰ। ਸੋ ਸਾਡੇ ਵੇਲਿਆਂ ਦੇ ਵਿੱਚ ਹਾਲਾਤ ਕੁਝ ਹੋਰ ਹੁੰਦੇ ਸੀ, ਅਸੀਂ ਹਰੇਕ ਤਿਉਹਾਰ ਨੂੰ ਬੜੇ ਹੀ ਮਜ਼ੇ ਦੇ ਨਾਲ ਮਨਾਉਂਦੇ ਸੀ। ਪਰ ਜੇਕਰ ਦੇਖਿਆ ਜਾਵੇ ਆ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਾਂ ਬੱਚੇ ਨੇ ਨਾ, ਉਹਨਾਂ ਨੂੰ ਕਈ ਫੈਸਟੀਵਲਸ ਦੇ ਬਾਰੇ ਨੌਲੇਜ ਵੀ ਨਹੀਂ ਹੁੰਦੀ। ਇਹ ਗੱਲ ਹੈ ਕਿ ਨੌਲੇਜ ਕਿਉਂ ਨਹੀਂ ਦਿੰਦੇ ਅਸੀਂ ਉਹਨਾਂ ਨੂੰ, ਅਸੀਂ ਪਹਿਲਾਂ ਹੀ ਵੰਡ ਕੇ ਰੱਖ ਦਿੰਦੇ ਹਾਂ ਕਿ ਨਹੀਂ ਨਹੀਂ ਹੋਲੀ ਨਹੀਂ ਤੁਸੀਂ ਖੇਡਣੀ, ਤੋ ਰੰਗ ਨਾਲ ਤੁਹਾਨੂੰ ਆਹ ਹੋ ਜਾਊਗਾ ਉਹ ਹੋ ਜਾਊਗਾ, ਬਿਲਕੁਲ। ਤਾਂ ਪਹਿਲਾਂ ਫਿਰ ਹੁਣ ਬਾਜ਼ਾਰ 'ਚ ਉਹੇ ਜਿਹੇ ਰੰਗ ਆਉਣ ਲੱਗ ਜਾਏ, ਇਹਦੇ ਨਾਲ ਕੁਝ ਨਹੀਂ ਹੁੰਦਾ। ਉਹ ਅਸੀਂ ਹੋਲੀਆਂ ਖੇਡੀਆਂ ਨੇ ਜੀ। ਹੈ, ਕਾਲਖਾਂ ਮਲ ਦਿੰਦੇ ਸੀ ਲੋਕ, ਸਿਆਹੀਆਂ ਛਿੜ ਦਿੰਦੇ ਸੀ ਉੱਤੇ। ਕਿਹਾ ਜਾਂਦਾ ਸੀ ਜੇਕਰ ਬੱਚਾ ਮਿੱਟੀ 'ਚ ਲਿਪਟ ਪਿਟ ਜਿੰਨਾ ਖੇਡੂਗਾ ਨਾ, ਅੱਛਾ, ਉਹਨਾਂ ਤੋਂ ਵਧੀਆ ਉਹਦਾ ਸਰੀਰ ਗੰਦੇ ਹੋਊਗਾ। ਪਾਣੀ ਜਿਹੜੇ ਮੀਂਹ ਦੇ ਸੜਕਾਂ ਤੇ ਰੁੜੇ ਜਾਂਦੇ ਸੀ, ਉਹਨਾਂ 'ਚ ਕਿਆ ਲੱਜਤਾਂ ਲੈਂਦੇ ਸੀ, ਲੰਮੇ ਪੈ ਪੈ ਕੇ ਲੁੱਟਣੀਆਂ ਖਾਂਦੇ ਸੀਗੇ। ਠੀਕ ਹੈ, ਉਹ ਜ਼ਮਾਨਾ ਸੀ ਜਿਹੜਾ, ਉਹ ਜ਼ਮਾਨਾ, ਉਹਦੇ 'ਚ ਕਿਸੇ ਨੂੰ ਕੁਝ ਨਹੀਂ ਹੁੰਦਾ ਸੀ। ਕਿਉਂ? ਕਿਉਂਕਿ ਉਹਦਾ ਸਭ ਤੋਂ, ਜਿਵੇਂ ਕਹਿ ਲਓ ਕਿ ਇਕਸੀਰ ਜਿਹਨੂੰ ਕਹਿੰਦੇ ਆ, ਕਿ ਜਿਹੜੀ ਕਿਸੇ ਰੋਗ ਨੂੰ ਨਹੀਂ ਹੋਣ ਦਿੰਦੀ ਸੀ, ਉਹ ਹੁੰਦੀ ਸੀ ਮੁਹੱਬਤ, ਸੱਭਿਆਚਾਰਕ ਸਾਂਝ ਤੁਹਾਡੀ। ਲੇਕਿਨ ਹੁਣ ਹਰ ਚੀਜ਼ ਨੂੰ ਹੀ ਅਸੀਂ ਐਵੇਂ ਵੇਖਣ ਲੱਗ ਪਏ, ਨਾ 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 ਇੱਧਰ ਨਹੀਂ, ਬੱਚੇ ਨੂੰ ਉੱਧਰ ਨਹੀਂ ਕੱਢਣਾ, ਪਾਣੀ 'ਚ ਨਹੀਂ ਨਹਾਉਣਾ ਮੀਂਹ 'ਚ, ਹਨਾ। ਤਾਂ ਜਦੋਂ ਸਾਡੀ ਸਾਈਕੀ ਇਸ ਤਰ੍ਹਾਂ ਦੀ ਹੋ ਗਈ, ਮਾਨਸਿਕਤਾ ਇਸ ਤਰ੍ਹਾਂ ਹੋ ਗਈ, ਕਿਸੇ ਚੀਜ਼ ਨੂੰ ਅਸੀਂ ਇੰਜੋਏ ਕਰਨਾ ਹੀ ਨਹੀਂਗਾ,
ਹਰ ਚੀਜ਼ ਤੇ ਅਸੀਂ ਕਿੰਤੂ ਪਰੰਤੂ ਕਰਨਾ, ਹਾਂ ਖੁੱਲ੍ਹ ਨਹੀਂ ਦੇਣੀ। ਫਿਰ ਜਿਹੜੇ ਹਾਲਾਤ ਨੇ ਬਦਲਨੇ ਤੋ ਸ਼ੁਰੂ ਹੋ ਤਾਂਹੀਓ ਜਾਂਦੇ। ਜਿਹੜੀ ਅਸਹਿਨਸ਼ੀਲਤਾ ਪੈਦਾ ਸਾਡੇ 'ਚ ਕਿਉਂ ਹੋ ਗਈ? ਬੱਚੇ ਕੋਈ ਸੁਣਨ ਨੂੰ ਤਿਆਰ ਕਿਉਂ ਨਹੀਂ ਗਏ? ਜੀ ਬੱਚੇ ਨੂੰ ਕੋਈ ਸਵਾਲ ਕਰੋ, ਅੱਗੇ ਬਹਿਸ ਕਰਦਾ। ਹੂੰ ਤੇ ਸਾਡਾ ਉਹ ਜ਼ਮਾਨਾ ਸੀ, ਬਹਿਸ ਕਰਨ ਦਾ ਮਤਲਬ ਹੀ ਉਹਨੂੰ ਮਾਰ ਕੇ ਥਾਪੜਾ, ਪਹਿਲਾਂ ਘਰੋਂ ਕੁੱਟੀ ਜਾਂਦੇ ਸੀਗੇ, ਅੱਗੇ ਸਕੂਲ 'ਚ ਕੁੱਟ ਪੈਣ ਲੱਗ ਜਾਂਦੀ ਸੀ, ਸਕੂਲੋਂ ਆਉਂਦੇ ਸੀ ਫਿਰ ਘਰ ਦੇ ਕੁੱਟਦੇ ਸੀ। ਜੀ ਮਤਲਬ ਕੁੱਟ ਖਾ ਖਾ ਕੇ ਹੀ ਅਕਲ ਦੇ ਦਾਣੇ ਚੁਗੇ ਬਿਲਕੁਲ। ਔਰ ਹਰ ਚੀਜ਼ ਨੂੰ ਮਾਣਿਆ। ਹੂੰ ਉਦੋਂ ਕੋਈ ਮਾਂ ਨਹੀਂ ਇਹ ਕਹਿੰਦੀ, ਜਿਹਦੇ ਘਰੇ ਚਲੇ ਜਾਂਦੇ ਨਾ, ਪੁੱਤ ਤੂੰ ਭੁੱਖਾ ਤਾਂ ਨਹੀਂ। ਬਿਲਕੁਲ ਪਹਿਲਾ ਸਵਾਲ ਇਹ ਹੁੰਦਾ ਸੀ, ਪੁੱਤ ਜੀ। ਤੂੰ ਭੁੱਖਾ ਤਾਂ ਨਹੀਂ। ਉਹ ਹਿੰਦੂ ਹੁੰਦੀ ਸੀ ਮਾਂ, ਹੂੰ ਉਹ ਸਿੱਖ ਹੁੰਦੀ ਸੀ ਮਾਂ, ਜਾਂ ਮੁਸਲਿਮ ਹੁੰਦੀ ਸੀ ਜਾਂ ਮੁਸਲਿਮ ਹੁੰਦੀ ਸੀ ਮਾਂ, ਜੀ। ਪਰ ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨਾ। ਹੀ ਹੁੰਦੀ ਸੀ, ਮਾਂ ਨੂੰ ਵੀ ਨਹੀਂ ਵੰਡਿਆ ਜਾਂਦਾ ਸੀ। ਵੰਡਿਆ ਨਹੀਂ ਜਾਂਦਾ। ਹੂੰ ਫਿਰ ਤੁਸੀਂ ਤਿਉਹਾਰ ਕਿਵੇਂ ਵੰਡ ਲਓਗੇ ਬਿਲਕੁਲ। ਜਿਹੜੇ ਕਿਸੇ ਨਾ ਕਿਸੇ ਮਾਂ ਦੇ ਪੈਦਾ ਕੀਤੇ ਹੋਏ? ਜੀ ਬਿਲਕੁਲ। ਸੋ ਜਾਂਦੇ ਜਾਂਦੇ ਹੀ ਸੁਨੇਹਾ ਦੇ ਕੇ ਜਾਵਾਂਗੇ ਕਿ ਦੀਵਾਲੀ ਦਾ ਤਿਉਹਾਰ ਤੁਸੀਂ ਰਲ ਮਿਲ ਕੇ ਸਾਰੇ ਜਾਣੇ ਖੁਸ਼ੀਆਂ ਖੇੜੀਆਂ ਦੇ ਨਾਲ ਮਨਾਓ ਤੇ ਇਹਦੇ ਨਾਲ ਹੀ ਨਾਲ ਆਪਣੀ ਸਿਹਤ ਦਾ ਵੀ ਖਾਸ ਖਿਆਲ ਰੱਖੋ ਤੇ ਨਾਲ ਹੀ ਨਾਲ ਹੁਣ ਚੰਗੇਰ ਪ੍ਰੋਗਰਾਮ ਦੇ ਵਿੱਚ ਮੈਨੂੰ ਸ਼ੀਤਲ ਨੂੰ ਤੇ ਸਰ ਬਲਜੀਤ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।